ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਅਸੀਂ ਕਰ ਰਹੇ ਸੀ ਟੌਪਿਕ ਸਪੈਕਟਰੋਸਕੋਪੀ, ਜਿਹਦੇ ਵਿੱਚ ਅਸੀਂ ਕਾਫੀ ਜਿਹੜੇ ਨੇ ਟੌਪਿਕਸ ਕੰਪਲੀਟ ਕਰ ਚੁੱਕੇ ਹਾਂ। ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਰਹੂਗਾ ਦੈਟ ਇਜ਼ NMR ਸਪੈਕਟਰੋਸਕੋਪੀ। ਸੋ NMR ਸਪੈਕਟਰੋਸਕੋਪੀ ਨੂੰ ਸਟਾਰਟ ਕਰਦੇ ਹਾਂ ਕੁਝ ਇਹਦੇ ਟਰਮਸ ਨਾਲ। ਦੈਟ ਇਜ਼ ਫਸਟ ਆਫ ਆਲ ਜੋ ਇਹਦੀ ਫੁੱਲ ਫਾਰਮ ਹੁੰਦੀ ਹੈ NMR ਸਪੈਕਟਰੋਸਕੋਪੀ ਦੀ, ਉਹ ਹੁੰਦੀ ਹੈ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ। ਮੀਨਸ ਇਹਦੇ ਵਿੱਚ 3 ਜਿਹੜੇ ਥਿੰਗਸ ਨੇ ਡਿਸਕਸ ਕੀਤੇ ਜਾਣਗੇ। ਨਿਊਕਲੀਅਸ ਬਾਰੇ, ਮੈਗਨੈਟਿਕ ਤੋਂ ਮਤਲਬ ਮੈਗਨੈਟਿਕ ਫੀਲਡ ਬਾਰੇ, ਰੈਜ਼ੋਨੈਂਸ ਮਤਲਬ ਮੈਗਨੈਟਿਕ ਫੀਲਡ ਜਿਹੜਾ ਹੈ ਜਦੋਂ ਪ੍ਰੋਡਿਊਸ ਹੁੰਦਾ ਹੈ ਤਾਂ ਉਹਦੇ ਕਰਕੇ ਜਿਹੜੀ ਹੈ ਰੈਜ਼ੋਨੈਂਸ ਜਨਰੇਟ ਹੁੰਦੀ ਹੈ, ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਸੋ ਸੈਕਿੰਡ ਜਿਹੜਾ ਪੁਆਇੰਟ ਹੈ ਦੈਟ ਇਜ਼ ਕਿ ਸਪੈਕਟਰੋਸਕੋਪੀ ਦਾ ਕੰਮ ਕੀ ਹੈ। ਠੀਕ ਹੈ ਨਾ। ਸਭ ਤੋਂ ਪਹਿਲੀ ਗੱਲ ਕੀ ਹੈ, ਕੋਈ ਵੀ ਐਟਮ ਹੈ ਉਹਦੇ ਅੰਦਰ ਕੀ ਹੁੰਦਾ ਹੈ, ਨਿਊਕਲੀਅਸ। ਠੀਕ ਹੈ। ਨਿਊਕਲੀਅਸ ਦੇ ਅੰਦਰ ਕੀ ਹੁੰਦਾ ਹੈ, ਪ੍ਰੋਟੋਨ। ਓਕੇ। ਜੋ ਪ੍ਰੋਟੋਨਸ ਹੁੰਦੇ ਨੇ ਉਹਨਾਂ ਦੇ ਉਹ ਕੀ ਕਰਦੇ ਨੇ, ਜਦੋਂ ਵੀ EM ਵੇਵਸ ਉਹਨਾਂ ਉੱਪਰ ਪੈਂਦੀਆਂ ਨੇ, ਨੀਚੇ ਇੱਕ ਡਾਇਗਰਾਮ ਤੁਸੀਂ ਦੇਖ ਸਕਦੇ ਹੋ, ਜਦੋਂ ਵੀ EM ਵੇਵਸ ਨਿਊਕਲੀਅਸ ਤੇ ਪੈਂਦੀਆਂ ਨੇ ਆਫ ਦਾ ਹਾਈਡਰੋਜਨ ਕੰਸੀਡਰ ਕਰ ਲਓ ਸਪੋਜ਼, ਤਾਂ ਉਹ ਕੀ ਹੁੰਦਾ ਹੈ, ਤਾਂ ਉਹਦੇ ਜਿਹੜੇ ਮਤਲਬ ਸਟੇਟ ਹੁੰਦੀ ਹੈ, ਠੀਕ ਹੈ ਨਾ, ਜੋ ਨਿਊਕਲੀਅਸ ਹੁੰਦਾ ਹੈ ਉਹ ਕੀ ਕਰਦਾ, ਇੱਕ ਸਟੇਟ ਤੋਂ ਹਾਇਰ ਸਟੇਟ ਦੇ ਵਿੱਚ ਮੂਵ ਕਰ ਜਾਂਦਾ ਹੈ ਜਦੋਂ ਵੀ ਉਹਦੇ ਉੱਪਰ EM ਰੇਡੀਏਸ਼ਨਸ ਪੈਂਦੀਆਂ ਨੇ। ਤਾਂ ਦੈਟ ਮੀਨ ਜਦੋਂ ਉਹ ਆਪਣੀ ਸਪਿਨ ਚੇਂਜ ਕਰ ਰਿਹਾ ਹੁੰਦਾ, ਹਾਇਰ 'ਚ ਜਾਂਦਾ, ਤਾਂ ਉੱਥੇ ਕੀ ਹੈਗਾ ਇਹਦੇ ਵਿੱਚ ਮਤਲਬ ਕੀ ਪ੍ਰੋਡਿਊਸ ਹੁੰਦਾ ਹੈ, ਦੈਟ ਇਜ਼ ਮੈਗਨੈਟਿਕ ਫੀਲਡ। ਓਕੇ। ਤਾਂ ਮੈਗਨੈਟਿਕ ਫੀਲਡ ਕਿੰਨਾ ਪ੍ਰੋਡਿਊਸ ਹੋਇਆ, ਜਾਂ ਫਿਰ ਮੋਲੀਕਿਊਲਰ ਪ੍ਰੋਪਰਟੀਜ਼, ਜਾਂ ਫਿਰ ਸਟਰਕਚਰਲ ਪ੍ਰੋਪਰਟੀਜ਼, ਇਹਨਾਂ ਸਾਰਿਆਂ ਨੂੰ ਓਬਜ਼ਰਵ ਕਰਦੀ ਹੈ ਕੌਣ, NMR ਸਪੈਕਟਰੋਸਕੋਪੀ। ਠੀਕ ਹੈ ਜੀ। ਨਿਊਕਲੀਅਸ ਆਫ ਹਾਈਡਰੋਜਨ ਤੁਸੀਂ ਲਿਆ, ਉਹਦੇ ਵਿੱਚ ਤੁਸੀਂ EM ਵੇਵਸ ਉੱਪਰ ਪਾਈਆਂ ਨੇ, ਤੇ ਜਿਹੜਾ ਇਹ ਨਿਊਕਲੀਅਸ ਆਫ ਹਾਈਡਰੋਜਨ ਹੈ ਤੁਸੀਂ ਪਲੇਸ ਕੀਤਾ ਇੱਕ ਬਾਹਰੋਂ ਐਕਸਟਰਨਲ ਮੈਗਨੈਟਿਕ ਫੀਲਡ ਦੇ ਵਿੱਚ। ਧਿਆਨ ਇਹ ਗੱਲ ਰੱਖਣੀ ਹੈ ਕਿ ਬਾਹਰ ਜਿਹੜਾ ਹੈ ਐਕਸਟਰਨਲ ਮੈਗਨੈਟਿਕ ਫੀਲਡ ਹੈ ਉਹਦੇ ਵਿੱਚ ਤੁਸੀਂ ਇਹ ਰੱਖਿਆ ਹੋਇਆ ਹੈ, ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਆਪਣੀ ਸਪਿਨ ਜਿਹੜੀ ਹੈ ਚੇਂਜ ਕਰਦਾ ਹੈ, ਤੇ ਜਿਹਦੇ ਨਾਲ ਕੀ ਹੁੰਦਾ, ਸਪਿਨ ਚੇਂਜ ਹੋਣ ਨਾਲ ਮੈਗਨੈਟਿਕ ਫੀਲਡ ਇਹਦੇ ਅੰਦਰ ਪ੍ਰੋਡਿਊਸ ਹੁੰਦਾ ਹੈ। ਉਸ ਮੈਗਨੈਟਿਕ ਫੀਲਡ ਨੂੰ ਜੋ ਹੈ ਸਟੱਡੀ ਕਰਦਾ ਹੈ NMR ਸਪੈਕਟਰੋਸਕੋਪੀ। ਠੀਕ ਹੈ ਜੀ। ਸਟਰਕਚਰ ਬਾਰੇ, ਮੋਲੀਕਿਊਲਰ ਪ੍ਰੋਪਰਟੀਜ਼ ਬਾਰੇ NMR ਜੋ ਹੈ ਡਿਸਕਸ ਕਰਦਾ ਹੈ। ਤਾਂ ਜੋ EM ਰੇਡੀਏਸ਼ਨਸ ਨੇ, ਇਹਦੀ ਜਿਹੜੀ ਵੇਵਲੈਂਥ ਤੁਸੀਂ ਲੈਣੀ ਹੁੰਦੀ ਆ, ਦੈਟ ਇਜ਼ ਕਾਫੀ ਲੌਂਗ ਵੇਵਲੈਂਥ ਦੀਆਂ ਜਿਹੜੀਆਂ EM ਵੇਵਸ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ ਇਸ 'ਤੇ। ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ, ਡਿਊਟੀਰੇਟਡ ਸੋਲਵੈਂਟਸ ਕਿਹੜੇ ਹੁੰਦੇ ਨੇ। ਡਿਊਟੀਰੇਟਡ ਸੋਲਵੈਂਟਸ ਹੁੰਦੇ ਨੇ ਜੋ ਕਿ NMR ਸਪੈਕਟਰੋਸਕੋਪੀ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਉਹ ਸੋਲਵੈਂਟਸ ਹੁੰਦੇ ਨੇ, ਤੇ ਚੈੱਕ ਕਰਦੇ ਨੇ ਕਿ ਕੋਈ ਸੈਂਪਲ ਜੋ ਅਸੀਂ ਕੰਸੀਡਰ ਕੀਤਾ ਹੈ ਉਹਦੀ ਪਿਓਰਿਟੀ ਨੂੰ ਚੈੱਕ ਕਰਦੇ ਨੇ, ਤੇ ਉਹਦੀ ਕੁਆਲਿਟੀ ਨੂੰ ਚੈੱਕ ਕਰਦੇ ਨੇ। ਠੀਕ ਹੈ ਜੀ। ਇੱਕ ਹੁੰਦਾ ਡਿਊਟੇਰੀਅਮ। ਡਿਊਟੇਰੀਅਮ ਕੀ ਹੁੰਦਾ, ਡਿਊਟੇਰੀਅਮ ਐਜ਼ ਯੂ ਨੋ ਹਾਈਡਰੋਜਨ ਦਾ ਹੀ ਆਈਸੋਟੋਪ ਹੈ। ਦੇਖੋ NMR ਸਪੈਕਟਰੋਸਕੋਪੀ ਦੇ ਵਿੱਚ ਹੋਣਾ ਕੀ ਜ਼ਰੂਰੀ ਹੈ, ਨਿਊਕਲੀਅਸ ਦੇ ਅੰਦਰ ਪ੍ਰੋਟੋਨ ਹੋਣਾ ਜ਼ਰੂਰੀ ਹੈ। ਸਮਝ ਆ ਗਿਆ ਨਾ। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਡਿਊਟੋਰੀਅਮ ਦੇ ਵਿੱਚ ਕੀ ਹੁੰਦਾ ਹੈ, ਇਹਦੇ ਕੋਲ ਨਿਊਟਰੋਨ ਹੁੰਦਾ ਹੈ ਇਨ ਦਾ ਨਿਊਕਲੀਅਸ ਐਂਡ ਡਜ਼ ਨਾਟ ਹੈਵ ਸਪਿਨ ਅਨਲਾਈਕ 1H। ਹਾਈਡਰੋਜਨ ਦੀ ਤਰ੍ਹਾਂ ਇਹਦੇ ਕੋਲ ਸਪਿਨ ਨਹੀਂ ਹੁੰਦੀ। NMR ਦੇ ਵਿੱਚ ਸਪਿਨ ਬਹੁਤ ਮਸਟ ਹੈ। ਠੀਕ ਹੈ ਨਾ। ਜਿਸ ਦੇ ਕੋਲ ਸਪਿਨ ਹੈ ਉਹੀ NMR ਸਪੈਕਟਰੋਸਕੋਪੀ ਦੇ ਵਿੱਚ ਐਕਟਿਵ ਨੇ। ਅਦਰਵਾਈਜ਼ ਜਿਸ ਦੀ ਸਪਿਨ ਨਹੀਂ ਹੈ ਜਾਂ ਜ਼ੀਰੋ ਸਪਿਨ ਹੈ, ਉਹ NMR ਐਕਟਿਵ ਨਹੀਂ ਹੁੰਦੇ। ਓਕੇ। ਡਿਊਟੇਰੀਅਮ ਦਾ ਯਾਦ ਰੱਖ ਸਕਦੇ ਹੋ। ਨੈਕਸਟ ਕੁਝ ਗੱਲ ਕਰਦੇ ਹਾਂ ਪ੍ਰੋਟੋਨ ਬਾਰੇ। ਹੁਣ ਪ੍ਰੋਟੋਨ ਕਿੱਥੇ ਪ੍ਰੈਜ਼ੈਂਟ ਹੁੰਦਾ ਹੈ, ਨਿਊਕਲੀਆਈ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਨਾ। ਐਂਡ ਪ੍ਰੋਟੋਨ ਕੀ ਕਰਦਾ ਹੈ, ਸਪਿਨ ਮੂਵਮੈਂਟ ਸ਼ੋ ਕਰਦਾ ਹੈ। ਜੋ ਕਿ ਨਿਊਕਲੀਆਈ ਦੇ ਅੰਦਰ ਪ੍ਰੋਟੋਨ ਹੈ ਉਹ ਸਪਿਨ ਮੂਵਮੈਂਟ ਨੂੰ ਸ਼ੋ ਕਰਦਾ ਹੈ, ਜਿਸ ਦੇ ਨਾਲ ਕੀ ਹੁੰਦਾ ਹੈ, ਓਕੇ, ਦੈਟ ਇਜ਼ ਜਦੋਂ ਸਪਿਨ ਮੂਵਮੈਂਟ ਸ਼ੋ ਕਰਦਾ ਤਾਂ ਉਹ ਇੱਕ ਸਮਾਲ ਮੈਗਨੇਟ ਦੀ ਤਰ੍ਹਾਂ ਬਿਹੇਵ ਕਰ ਰਿਹਾ ਹੁੰਦਾ ਹੈ। ਪ੍ਰੋਟੋਨ ਜੋ ਹੈ ਨਿਊਕਲੀਆਈ ਦੇ ਵਿੱਚ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦਾ ਹੈ। ਜਿਹੜੀ ਚੀਜ਼ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੀ ਹੈ, ਠੀਕ ਹੈ ਨਾ, ਫਿਰ ਉਹ ਆਪਣੇ ਆਲੇ ਦੁਆਲੇ ਕੀ ਪ੍ਰੋਡਿਊਸ ਕਰੂਗੀ, ਮੈਗਨੈਟਿਕ ਫੀਲਡ। ਉਹਦਾ ਇੰਟਰਨਲੀ ਮੈਗਨੈਟਿਕ ਫੀਲਡ ਹੋਏਗਾ। ਜੇ ਅੰਦਰ ਉਹਦੇ ਮੈਗਨੈਟਿਕ ਫੀਲਡ ਜਨਰੇਟ ਹੋ ਰਿਹਾ ਹੈ ਤਾਂ ਉੱਥੇ ਜੇਕਰ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਤਾਂ ਰੈਜ਼ੋਨੈਂਸ ਜਿਹੜੀ ਆ ਉੱਥੇ ਟੇਕ ਪਲੇਸ। ਓਕੇ। ਰੈਜ਼ੋਨੈਂਸ ਕਿਹਦੀ ਵਜ੍ਹਾ ਨਾਲ ਆ ਜਾਂਦੀ ਹੈ, ਮੈਗਨੈਟਿਕ ਫੀਲਡ ਦੀ ਵਜ੍ਹਾ ਨਾਲ। ਠੀਕ ਹੈ। ਇਹ ਪੁਆਇੰਟ ਵੀ ਤੁਸੀਂ ਨੋਟ ਕਰ ਲਿਓ। ਬਹੁਤ ਜ਼ਿਆਦਾ ਇੰਟਰਸਟਿੰਗ ਟੌਪਿਕ ਹੈ ਇਹ। ਕੁਝ ਨਵੀਆਂ ਟਰਮਸ ਜਿਹੜੀਆਂ ਨੇ ਤੁਸੀਂ ਸਿੱਖੋਗੇ, ਜੋ ਤੁਸੀਂ BSc ਦੇ ਵਿੱਚ ਪੜ੍ਹੀਆਂ ਨੇ ਜਾਂ ਨਹੀਂ ਵੀ ਪੜ੍ਹੀਆਂ, ਹਾਇਰ ਲੈਵਲ ਦੀਆਂ ਨੇ, ਉਹ ਵੀ ਤੁਹਾਨੂੰ ਇਹਦੇ ਵਿੱਚ ਪਤਾ ਲੱਗ ਜਾਣਗੀਆਂ। ਠੀਕ ਹੈ ਨਾ। ਨੈਕਸਟ ਗੱਲ ਕਰਦੇ ਹਾਂ ਇਫੈਕਟ ਆਫ ਐਕਸਟਰਨਲ ਮੈਗਨੈਟਿਕ ਫੀਲਡ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜੋ ਪ੍ਰੋਟੋਨ ਹੈ, ਓਕੇ, ਉਹਦਾ ਆਪਣਾ ਇੱਕ ਮੈਗਨੈਟਿਕ ਫੀਲਡ ਹੋਏਗਾ।
बट तुसी की करना है, एक बाहरों भी मैग्नैटिक फील्ड अप्लाई करना है। हुण सपोज करो तुमने हाइड्रोजन ही कंसीडर किया है H1, ठीक है, कंसीडर किया, तुसी इहनूं ना एक्सटर्नल मैग्नैटिक फील्ड दे विच रखना है। ਤਾਂ ਦੋ ਤਰ੍ਹਾਂ ਦੇ ਨਾਲ ਜਿਹੜੀ ਹੈ ਹਾਈਡਰੋਜਨ ਜੋ ਤੁਸੀਂ ਪਲੇਸ ਕੀਤਾ ਹੈ ਉਹਦੀ ਦੋ ਤਰੀਕੇ ਦੇ ਨਾਲ ਓਰੀਐਂਟੇਸ਼ਨ ਹੋ ਸਕਦੀ ਹੈ। ਪਹਿਲੀ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਤੁਸੀਂ ਫਸਟ ਦੇਖੋ ਇਹਦੇ ਵਿੱਚ ਕੀ ਦਿਖ ਰਿਹਾ ਤੁਹਾਨੂੰ, ਐਕਸਟਰਨਲ ਮੈਗਨੈਟਿਕ ਫੀਲਡ ਦੇ ਵਿੱਚ ਪਿਆ ਜੋ ਤੁਸੀਂ ਆ ਦੇਖ ਰਹੇ ਹੋ ਲਾਈਨਸ, ਓਕੇ, ਇਹ ਐਕਸਟਰਨਲ ਮੈਗਨੈਟਿਕ ਫੀਲਡ ਹੈ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈ, ਜੋ ਹਾਈਡਰੋਜਨ ਹੈ, ਹਾਈਡਰੋਜਨ ਐਟਮ ਦਾ ਜੋ ਪ੍ਰੋਟੋਨ ਹੈ ਜਾਂ ਤੁਸੀਂ ਨਿਊਕਲੀਅਸ ਲਗਾ ਲਓ, ਉਹ ਕਿਸ ਤਰੀਕੇ ਨਾਲ ਓਰੀਐਂਟ ਹੋਇਆ ਹੈ, ਪੈਰਲਲ, ਠੀਕ ਹੈ ਨਾ, ਪੈਰਲਲ ਟੂ ਦਾ ਮੈਗਨੈਟਿਕ ਫੀਲਡ। ਇਟ ਮੀਨ ਇੱਥੇ ਕੀ ਹੈ, ਅਲਾਈਨਡ ਵਿਦ ਦਾ ਫੀਲਡ, ਓਕੇ। ਦੋ ਤਰੀਕੇ ਨਾਲ ਓਰੀਐਂਟੇਸ਼ਨ ਹੋ ਸਕਦੀ ਹੈ, ਇੱਕ ਤਾਂ ਹੋ ਸਕਦੀ ਹੈ ਪੈਰਲਲ ਬਿਲਕੁਲ ਮੈਗਨੈਟਿਕ ਫੀਲਡ ਦੇ, ਇੱਕ ਹੋ ਸਕਦਾ ਹੈ ਐਂਟੀ ਪੈਰਲਲ, ਠੀਕ ਹੈ ਜੀ, ਜਾਂ ਕਹਿ ਸਕਦੇ ਹੋ ਓਪੋਜ਼ਿਟ ਟੂ ਦਾ ਫੀਲਡ। ਇਹ ਕੀ ਹੈ, ਅਲਾਈਨਡ ਵਿਦ ਦਾ ਫੀਲਡ। ਇਹਨੂੰ ਕਿਹੜੀ ਇਹ ਸਪਿਨ ਹੁੰਦੀ ਹੈ, ਪੈਰਲਲ ਸਪਿਨ। ਇਹ ਕਿਹੜੀ ਸਪਿਨ ਹੁੰਦੀ ਹੈ, ਐਂਟੀ ਪੈਰਲਲ ਸਪਿਨ। ਇਹ ਹੁੰਦੀ ਹੈ, ਇਹਦੇ ਵਿੱਚ ਆ ਜਾਂਦਾ ਅਟਰੈਕਸ਼ਨ, ਠੀਕ ਹੈ, ਇੱਥੇ ਆ ਜਾਂਦਾ ਰਿਪਲਸ਼ਨ। ਇਹ ਵਾਲੇ ਕੇਸ ਦੇ ਵਿੱਚ ਜਦੋਂ ਹਾਈਡਰੋਜਨ ਕੋਈ ਵੀ ਨਿਊਕਲੀਆ ਜਾਂ ਪ੍ਰੋਟੋਨ ਇਹ ਸਪਿਨ ਸ਼ੋ ਕਰਦਾ ਹੈ ਤਾਂ ਉੱਥੇ એનર્ਜੀ ਮਿਨੀਮਮ ਹੁੰਦੀ ਹੈ, ਤੇ ਜਦੋਂ ਆਪੋਜ਼ਿਟ ਦੇ ਵਿੱਚ ਹੁੰਦਾ ਉਦੋਂ એનર્ਜੀ ਕੀ ਹੁੰਦੀ ਹੈ, ਮੈਕਸਿਮਮ। ਇਸ ਕੇਸ ਦੇ ਵਿੱਚ ਜਿਹੜੀ ਹੈ ਸਪਿਨ ਪਲੱਸ ਹਾਫ ਹੁੰਦੀ ਹੈ, ਇਸ ਕੇਸ ਦੇ ਵਿੱਚ ਜਿਹੜੀ ਸਪਿਨ ਹੈ ਉਹ ਮਾਈਨਸ ਹਾਫ ਹੁੰਦੀ ਹੈ, ਠੀਕ ਹੈ। ਤਾਂ ਜਦੋਂ ਵੀ ਮੈਗਨੈਟਿਕ ਫੀਲਡ ਜਿਹੜਾ ਹੈ ਮਤਲਬ ਜਿਹੜਾ ਉਹਦੇ ਇੰਟਰਨਲ ਵਾਲਾ ਮੈਗਨੈਟਿਕ ਫੀਲਡ ਹੈ, ਕੁਛ ਤਾਂ ਉਹਦਾ ਆਪਣਾ ਮੈਗਨੈਟਿਕ ਫੀਲਡ ਹੋਏਗਾ, ਕੁਛ ਬਾਹਰੋਂ ਜਿਹੜਾ ਹੈ ਉਹ ਮੈਗਨੈਟਿਕ ਫੀਲਡ ਹੋਏਗਾ, ਤਾਂ ਉਹਨੂੰ ਕਿੱਦਾਂ ਰਿਐਕਟ ਕਰੇਗਾ, ਠੀਕ ਹੈ ਨਾ। ਤਾਂ ਇਹ ਤੁਸੀਂ ਦੇਖ ਸਕਦੇ ਹੋ ਆਪੋਜ਼ਿਟ ਵੇਲੇ ਕੀ ਹੋਏਗਾ, ਐਂਟੀ ਪੈਰਲਲ ਸਪਿਨ ਹੋਏਗੀ, ਰਿਪਲਸ਼ਨ ਹੋਏਗੀ। ਜਿੱਦਾਂ ਇਹ ਕੇਸ ਹੈ ਰਿਪਲਸ਼ਨ ਕਿਵੇਂ, ਸਪੋਜ਼ ਇਹ ਬਾਹਰ ਵਾਲਾ ਮੈਗਨੈਟਿਕ ਫੀਲਡ ਹੈ, ਇੱਥੇ ਲਿਖਿਆ ਹੋਇਆ ਨਾਰਥ, ਇੱਥੇ ਹੈ ਸਾਊਥ, ਠੀਕ ਹੈ। ਇੱਥੇ ਤੁਸੀਂ ਹਾਈਡਰੋਜਨ ਲੈ ਰਹੇ ਹੋ, ਠੀਕ ਹੈ, ਦੋ ਹਾਈਡਰੋਜਨ ਨੇ ਸਪੋਜ਼, ਤਾਂ ਜਿਹੜਾ ਇਹਦਾ ਮੈਗਨੈਟਿਕ ਫੀਲਡ ਅਲਾਈਨ ਹੋਇਆ ਹੋਇਆ ਇੱਥੇ ਵੀ ਨਾਰਥ ਹੈ। ਜਦੋਂ ਤੁਸੀਂ ਇਹਨੂੰ ਇਹਦੇ ਨਾਲ ਮੀਨਸ ਇਹਦੀ ਤਰਫ ਅਟਰੈਕਟ ਕਰ ਰਹੇ ਹੋ ਬਟ ਅਟਰੈਕਟ ਹੋ ਨਹੀਂ ਰਿਹਾ, ਰਿਪਲਸ਼ਨ ਹੋ ਰਹੀ ਹੈ, ਇਹ ਉਹ ਵਾਲਾ ਕੇਸ ਆ ਗਿਆ, ਠੀਕ ਹੈ ਨਾ, ਇਹ ਵਾਲਾ ਕੇਸ ਆ ਗਿਆ, ਓਕੇ। ਸੋ ਇਸ ਤਰੀਕੇ ਨਾਲ ਐਂਟੀ ਪੈਰਲਲ ਸਪਿਨ ਹੋਏਗੀ ਉਰੇ। ਇਹਨੂੰ ਅਲਫਾ ਸਪਿਨ ਕਹਿ ਦਿੰਦੇ ਨੇ, ਇਹਨੂੰ ਬੀਟਾ ਸਪਿਨ ਕਹਿ ਦਿੰਦੇ ਨੇ। ਜੋ એનર્ਜੀ ਗੈਪ ਰਹਿੰਦਾ ਉਹ ਡਿਪੈਂਡ ਕਰਦਾ ਕਿ ਬਾਹਰੋਂ ਮੈਗਨੈਟਿਕ ਫੀਲਡ ਅਸੀਂ ਕਿੰਨਾ ਅਪਲਾਈ ਕੀਤਾ, ਓਕੇ ਜੀ। ਨੈਕਸਟ ਹੈਗਾ ਕਿ ਜੋ ਮੈਟਰ ਹੈ, ਮੈਟਰ ਕਿਸ ਦੇ ਨਾਲ ਰਿਐਕਟ ਕਰੇ ਸੋ ਦੈਟ NMR ਜਿਹੜੀ ਸਪੈਕਟਰੋਸਕੋਪੀ ਹੈ ਆਵੇ। ਮੈਟਰ ਜਿਹੜਾ ਉਹ ਰਿਐਕਟ ਕਰਦਾ ਰੇਡੀਓ ਫ੍ਰੀਕੁਐਂਸੀ ਦੇ ਨਾਲ, ਠੀਕ ਹੈ। ਜਿਹੜੀ ਰੇਡੀਓ ਫ੍ਰੀਕੁਐਂਸੀ ਹੈ, ਠੀਕ ਹੈ, ਇਹ ਇੱਕ ਸੂਟੇਬਲ એનર્ਜੀ ਹੈ ਜੋ ਮੈਟਰ ਦੇ ਨਾਲ ਰਿਐਕਟ ਹੁੰਦੀ ਹੈ ਤੇ NMR ਸਪੈਕਟਰੋਸਕੋਪੀ ਸ਼ੋ ਹੁੰਦਾ। ਵੈਨ ਮੋਲੀਕਿਊਲ ਇਜ਼ ਗਿਵਨ ਸੂਟੇਬਲ ਰੇਡੀਓ ਵੇਵ ਵੀ ਕਹਿ ਸਕਦੇ ਹੋ ਤੁਸੀਂ એનર્ਜੀ, such that it will go from lower excited state to higher excited state। ਜਦੋਂ ਤੁਸੀਂ ਕਿਸੇ ਮੋਲੀਕਿਊਲ ਨੂੰ, ਠੀਕ ਹੈ, ਕੋਈ ਰੇਡੀਓ ਵੇਵ એનર્ਜੀ ਦੇਤੀ, ਓਕੇ, ਤਾਂ ਉਹ ਕੀ ਕਰੇਗਾ, ਹਾਇਰ ਲੈਵਲ ਦੇ ਵਿੱਚ ਮੂਵ ਕਰ ਜਾਏਗਾ, ਹਾਇਰ ਐਕਸਾਈਟਡ ਸਟੇਟ ਦੇ ਵਿੱਚ ਮੂਵ ਕਰੇਗਾ। ਜਦੋਂ ਉਹ ਹਾਇਰ ਐਕਸਾਈਟਡ ਸਟੇਟ 'ਚ ਮੂਵ ਕਰੇਗਾ ਤਾਂ ਉਹ એનર્ਜੀ ਨੂੰ ਅਬਜ਼ੌਰਬ ਕਰ ਰਿਹਾ, ਠੀਕ ਹੈ ਨਾ। ਕੋਈ એનર્ਜੀ ਨੂੰ ਕੀ ਕਰ ਰਿਹਾ, ਮੀਨਸ ਉਹਨੇ એનર્ਜੀ ਨੂੰ ਅਬਜ਼ੌਰਬ ਕੀਤਾ ਤਾਂ ਹੀ ਉਹ ਹਾਇਰ ਸਟੇਟ ਦੇ ਵਿੱਚ ਚਲਾ ਗਿਆ ਨਾ, ਠੀਕ ਹੈ। ਤਾਂ ਜੋ ਇਹ ਅਬਜ਼ੌਰਪਸ਼ਨ ਹੈ, ਓਕੇ, ਇੱਥੇ ਨੇ ਜੋ ਅਬਜ਼ੌਰਪਸ਼ਨ ਕੀਤੀ ਹੈ ਉਸ ਅਬਜ਼ੌਰਪਸ਼ਨ ਨੂੰ ਅਸੀਂ ਇਸ ਸਪੈਕਟਰੋਸਕੋਪੀ ਦੇ ਵਿੱਚ ਪੀਕ ਨਾਲ ਰਿਪਰੈਜ਼ੈਂਟ ਕਰਦੇ ਹਾਂ। ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਆ, ਪੀਕ ਨਾਲ। ਤਾਂ ਜੋ એનર્ਜੀ ਨੂੰ ਅਬਜ਼ੌਰਬ ਕਰ ਰਿਹਾ ਉਹਨੂੰ ਇੱਕ ਪੀਕ ਨਾਲ ਦਿਖਾਇਆ ਜਾਂਦਾ, ਠੀਕ ਹੈ, ਜਾਂ ਇੱਦਾਂ ਪੀਕ ਡਰਾ ਕੀਤੀ ਜਾ ਸਕਦੀ ਹੈ ਜਾਂ ਸਿੰਪਲ ਐਵੇਂ, ਠੀਕ ਹੈ। ਸੋ ਅੱਗੇ ਦੇਖਦੇ ਹਾਂ ਨੈਕਸਟ ਪਾਰਟ ਹੈ ਜਿਹੜਾ। ਸੋ ਪੀਕ ਜਿਹੜੀ ਆਉਂਦੀ ਹੈ ਜਦੋਂ ਗ੍ਰਾਫ ਦੇ ਵਿੱਚ ਕੋਈ ਪੀਕ ਆ ਜਾਂਦੀ ਹੈ ਜਾਂ ਤੁਸੀਂ ਐਵੇਂ ਰਿਪਰੈਜ਼ੈਂਟ ਕਰ ਲਓ ਸਿੰਪਲੀ, ਇਹਨੂੰ ਕਿਹਾ ਜਾਂਦਾ ਸਿਗਨਲ। ਇਹ ਹੁੰਦੇ ਨੇ ਜੀ ਸਿਗਨਲ, ਓਕੇ, 1 ਸਿਗਨਲ 2 ਸਿਗਨਲ, ਇਹ ਹੁੰਦਾ। ਇਹਦੇ ਬਾਰੇ ਤੁਸੀਂ ਆਪਾਂ ਫਿਊਚਰ ਦੇ ਵਿੱਚ ਇਹੀ ਲੈਕਚਰ ਦੇ ਵਿੱਚ ਦੇਖਾਂਗੇ ਅੱਗੇ। ਨਾਈਨਥ ਪਾਰਟ ਦੇਖੋ ਕੀ ਕਹਿ ਰਿਹਾ, ਨਾਈਨਥ ਜੋ ਹੈ, the condition for absorption of energy is called the condition of resonance। ਸੋ ਜਿਹੜੀ ਕੰਡੀਸ਼ਨ ਲਾਈ ਜਾਂਦੀ ਹੈ ਐਬਜ਼ੌਰਪਸ਼ਨ ਆਫ એનર્ਜੀ ਤੇ ਉਸੇ ਨੂੰ ਅਸੀਂ ਕੀ ਕਹਿੰਦੇ ਆ, ਕੰਡੀਸ਼ਨ ਆਫ ਰੈਜ਼ੋਨੈਂਸ ਵੀ ਉਹੀ ਹੁੰਦੀ ਆ। ਜੇਕਰ ਤੁਸੀਂ એનર્ਜੀ ਅਬਜ਼ੌਰਪਸ਼ਨ ਕੱਢਣਾ ਹੈ ਕਿ ਕਿੰਨੀ એનર્ਜੀ ਅਬਜ਼ੌਰਬ ਕੀਤੀ ਆ ਤਾਂ ਉਹਦਾ ਫਾਰਮੂਲਾ ਅਸੀਂ ਆਲਰੇਡੀ ਇਹ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਦੋ ਜਿਹੜੇ એનર્ਜੀ ਲੈਵਲਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਗੈਪ ਹੁੰਦਾ ਦੈਟ ਇਜ਼ ਡੈਲਟਾ E ਇਕੁਅਲ ਟੂ H ਨਿਊ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ 3 ਫੀਚਰਸ ਕਿਹੜੇ ਨੇ ਮੀਨਸ NMR ਸਪੈਕਟਰਾ ਦੇ। ਤੇ ਇਹਦੇ ਵਿੱਚ ਫਸਟ ਅਸੀਂ ਪੜਾਂਗੇ NMR ਸਿਗਨਲਸ,
ਕੋਰਸਪੋਂਡਿੰਗ ਟੂ ਟਾਈਪਸ ਆਫ ਹਾਈਡਰੋਜਨ। ਇਹ ਬਹੁਤ ਇੰਟਰਸਟਿੰਗ ਟੌਪਿਕ ਹੈ। ਤੁਸੀਂ NMR ਸਿਗਨਲਸ ਲੱਭਣੇ ਨੇ ਕਿ ਕਿਸੇ ਮੋਲੀਕਿਊਲ ਦੇ ਵਿੱਚ ਕਿੰਨੇ NMR ਸਿਗਨਲਸ ਹੁੰਦੇ ਨੇ, ਠੀਕ ਹੈ ਜੀ। ਉਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਹਾਈਡਰੋਜਨ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ ਜੀ। ਦੋ ਤਰ੍ਹਾਂ ਦੇ ਹਾਈਡਰੋਜਨ ਸਿੱਖ ਲਓ ਪਹਿਲਾਂ ਕਿਹੜੇ ਕਿਹੜੇ ਹੁੰਦੇ ਨੇ। ਇੱਕ ਹੁੰਦੇ ਨੇ ਇਕੁਵਲੈਂਟ ਹਾਈਡਰੋਜਨ ਤੇ ਦੂਜੇ ਹੁੰਦੇ ਨੇ ਨਾਨ ਇਕੁਵਲੈਂਟ। ਹੁਣ ਤੁਹਾਨੂੰ ਸਮਝ ਨਹੀਂ ਆਇਆ ਹੋਣਾ, ਇਹਨੂੰ ਆਪਾਂ ਸਮਝਦੇ ਆਂਗੇ ਕਿਹਦੇ ਨਾਲ, ਐਗਜ਼ਾਮਪਲ ਨਾਲ। ਐਗਜ਼ਾਮਪਲ ਮੈंने ਲਈ ਹੈ ਡਾਈ ਇਥਾਈਲ ਈਥਰ। ਡਾਈ ਇਥਾਈਲ ਈਥਰ ਦੀ ਤੁਸੀਂ ਡਾਇਗਰਾਮ ਦੇਖ ਸਕਦੇ ਹੋ, CH3 CH2O CH2CH3। ਹੋ ਕੀ ਰਿਹਾ ਹੈ ਤੁਸੀਂ ਦੇਖੋ, ਜਿਹੜਾ ਇਹ ਵਾਲੇ ਹਾਈਡਰੋਜਨ ਨੇ, ਓਕੇ, ਇਨਵਾਇਰਮੈਂਟ ਦੇਖਣਾ ਹੁੰਦਾ ਇਹ 'ਚ ਮੇਨ, ਠੀਕ ਹੈ। ਮੇਨ ਚੀਜ਼ ਤੁਸੀਂ ਦੇਖਣੀ ਹੈ ਇਨਵਾਇਰਮੈਂਟ। ਇਹਦਾ ਇਨਵਾਇਰਮੈਂਟ ਤੇ ਇਹਦਾ ਇਨਵਾਇਰਮੈਂਟ ਸੇਮ ਨਜ਼ਰ ਆ ਰਿਹਾ ਹੈ, ਤਾਂ ਇਹ ਦੋਨੋਂ ਕੀ ਨੇ, ਇਕੁਵਲੈਂਟ ਨੇ ਆਪਸ ਦੇ ਵਿੱਚ, ਓਕੇ। ਇਹ ਇਕੁਵਲੈਂਟ ਨੇ, ਬਟ ਇਹਦਾ ਇਨਵਾਇਰਮੈਂਟ ਤੇ ਇਹਦਾ ਇਨਵਾਇਰਮੈਂਟ ਸੇਮ ਨਜ਼ਰ ਆ ਰਿਹਾ, ਇਹ ਦੋਨੋਂ ਆਪਸ ਦੇ ਵਿੱਚ ਇਕੁਅਲ ਨੇ, ਠੀਕ ਹੈ ਨਾ। ਮੀਨਸ ਇਹ ਦੋਨੋਂ ਇਕੁਵਲੈਂਟ ਨੇ, ਇਹ ਤੇ ਇਹ ਦੋਨੋਂ ਇਕੁਵਲੈਂਟ ਨੇ, ਠੀਕ ਹੈ ਨਾ। ਤਾਂ ਮੀਨਸ ਇਹਦੇ ਵਿੱਚ ਗੱਲ ਕਰੀਏ ਨਾ, ਦੋਨਾਂ ਦੀ ਗੱਲ ਕਰੀਏ, ਇਹ ਆਪਸ ਦੇ ਵਿੱਚ ਨੋਨ ਇਕੁਵਲੈਂਟ ਨੇ, ਓਕੇ, ਨੋਨ ਇਕੁਵਲੈਂਟ। ਤਾਂ ਇੱਥੇ ਦੋ ਤਰ੍ਹਾਂ ਦੇ ਹਾਈਡਰੋਜਨ ਦਿਖ ਰਹੇ ਨੇ, ਇੱਕ ਤਾਂ ਇਹ ਸੇਮ ਨੇ ਤਾਂ ਇਹਨੂੰ AA ਨਾਮ ਦਿੱਤਾ ਹੈ, ਇਹ ਵੀ ਸੇਮ ਨੇ, ਇਹ ਦੋਨੋਂ ਆਪਸ ਦੇ ਵਿੱਚ ਸੇਮ ਦਿਖ ਰਹੇ ਨੇ, ਸਾਨੂੰ ਇਨਵਾਇਰਮੈਂਟ ਇਹਨਾਂ ਦੋਨਾਂ ਦਾ ਸੇਮ ਨਜ਼ਰ ਆ ਰਿਹਾ ਤਾਂ ਇਹਨੂੰ B ਨਾਮ ਦਿੱਤਾ ਹੈ। ਤਾਂ ਇਟ ਮੀਨ ਇਹਦੇ ਵਿੱਚ 6 ਤਾਂ ਮਿਥਾਈਲ ਔਰ ਹਾਈਡਰੋਜਨਸ ਨੇ, 4 ਜਿਹੜੇ ਨੇ ਉਹ ਕਿਹੜੇ ਨੇ, ਦੈਟ ਇਜ਼ ਮਿਥਾਈਲੀਨ ਹਾਈਡਰੋਜਨਸ, ਠੀਕ ਹੈ ਜੀ। ਤਾਂ ਦੈਟ ਮੀਨ ਇਹ ਜਿਹੜਾ ਐਕਸਪੀਰੀਅੰਸ ਕਰਨਗੇ, ਇਹ ਅਲੱਗ ਮੈਗਨੈਟਿਕ ਫੀਲਡ ਜਿਹੜਾ ਐਕਸਪੀਰੀਅੰਸ ਕਰਨਗੇ, ਇਹ ਦੋਨੋਂ ਇੱਕ ਤਰ੍ਹਾਂ ਦਾ ਮੈਗਨੈਟਿਕ ਫੀਲਡ ਐਕਸਪੀਰੀਅੰਸ ਕਰਨਗੇ। ਜੋ ਇਹ ਵਾਲੇ ਐਕਸਪੀਰੀਅੰਸ ਕਰਨਗੇ, ਇਹ ਉਸ ਤੋਂ ਡਿਫਰੈਂਟ ਕਰਨਗੇ, ਓਕੇ। ਰੇਸ਼ੋ ਦੇਖ ਲਓ ਹਾਈਡਰੋਜਨਸ ਦੀ, 6:4 ਸੀ ਨਾ, ਦੇਖੋ 6 and 4 ਤੇ ਇਹਦੀ ਕਟਿੰਗ ਕਰਕੇ ਕਿੰਨਾ ਆ ਗਿਆ, 3:2। ਤਾਂ ਦੈਟ ਮੀਨ ਤੁਹਾਨੂੰ ਦੋ ਤਰ੍ਹਾਂ ਦੇ ਹਾਈਡਰੋਜਨ ਨਜ਼ਰ ਆਏ ਨੇ, ਇਸ ਕਰਕੇ ਇਸ ਮੋਲੀਕਿਊਲ ਦੀਆਂ ਦੋ ਪੀਕਸ ਜਿਹੜੀਆਂ ਨੇ ਸਪੈਕਟਰਾ 'ਚ ਆਉਣਗੀਆਂ, ਠੀਕ ਹੈ ਨਾ। ਕਿੰਨੀਆਂ ਪੀਕਸ ਆਉਣਗੀਆਂ, 2 ਪੀਕਸ। ਨੈਕਸਟ ਦੇਖੋ, ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ, ਇਹਨਾਂ ਦੀ ਮੈਚਿੰਗ ਜਿਹੜੀ ਹੈ ਕਿਸੇ ਨਾਲ ਨਹੀਂ ਹੋ ਰਹੀ, ਇਹ 1 ਟਾਈਪ ਆਫ ਹਾਈਡਰੋਜਨ ਆ ਗਏ, ਇਹ ਵੀ 1 ਟਾਈਪ ਆਫ ਹਾਈਡਰੋਜਨ ਆ ਗਏ, ਟੋਟਲ ਦੋ ਤਰ੍ਹਾਂ ਦੇ ਹਾਈਡਰੋਜਨ ਨੇ ਇਹਦੇ ਵਿੱਚ, ਓਕੇ। ਤਾਂ ਇਹ ਆਪਸ 'ਚ ਇਕੁਵਲੈਂਟ ਨੇ, ਇਹ ਆਪਸ 'ਚ ਇਕੁਵਲੈਂਟ ਨੇ, ਤਾਂ ਦੋ ਤਰ੍ਹਾਂ ਦੇ ਨੇ, ਇਸ ਕਰਕੇ ਦੋ ਡਿਫਰੈਂਟ ਪੀਕਸ ਬਣਨਗੀਆਂ, ਠੀਕ ਹੈ ਜੀ। ਤੇ ਜੇਕਰ ਆਪਾਂ ਇਸੇ ਦੀ ਦੁਬਾਰਾ ਐਗਜ਼ਾਮਪਲ ਕਰੀਏ, ਐਗਜ਼ਾਮਪਲ ਨੂੰ ਲਈਏ ਆਪਾਂ CH3 CH2F ਨੂੰ ਦੁਬਾਰਾ ਕੰਸੀਡਰ ਕਰਦੇ ਹਾਂ। ਦੇਖੋ ਇਹਦੇ ਵਿੱਚ ਕੀ ਹੈ, ਇੱਕ ਪੁਆਇੰਟ ਨੋਟ ਕਰਨ ਵਾਲਾ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ F ਲੱਗਿਆ ਹੋਇਆ, F ਹੁੰਦਾ ਹੈ ਇਲੈਕਟ੍ਰੋਨੈਗੇਟਿਵ ਐਲੀਮੈਂਟ। ਇਲੈਕਟ੍ਰੋਨੈਗੇਟਿਵ ਐਲੀਮੈਂਟ ਦਾ ਕੰਮ ਸਾਰਿਆਂ ਨੂੰ ਪਤਾ ਹੈ ਕਿ ਇਲੈਕਟ੍ਰੋਨਸ ਨੂੰ ਆਪਣੀ ਤਰਫ ਖਿੱਚਣਾ, ਠੀਕ ਹੈ ਨਾ। ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੈ F ਆਪਣੀ ਤਰਫ ਇਲੈਕਟ੍ਰੋਨਸ ਨੂੰ ਖਿੱਚ ਰਿਹਾ ਹੈ। ਜੇ ਆਪਣੀ ਤਰਫ ਇਲੈਕਟ੍ਰੋਨਸ ਨੂੰ ਖਿੱਚ ਰਿਹਾ ਹੈ ਤਾਂ CH2 ਜੋ ਹੈ ਉੱਥੇ ਇਲੈਕਟ੍ਰੋਨ ਡੈਂਸਿਟੀ ਕੀ ਹੋਗੀ, ਘਟ ਗਈ, ਹੈ ਨਾ। CH3 ਕੋਲੇ ਕੀ ਹੈ, CH3 ਵਾਲੇ ਨਹੀਂ ਖਿੱਚੂਗਾ ਉਹ, ਠੀਕ ਹੈ, ਇਹਦੇ ਕੋਲੇ ਉਨੇ ਹੀ ਨੇ, ਇਹ ਇਹਦੇ ਇਲੈਕਟ੍ਰੋਨ ਨੂੰ ਖਿੱਚੂਗਾ। ਤਾਂ CH3 ਦੀ ਜਿਹੜੀ ਇਲੈਕਟ੍ਰੋਨ ਡੈਂਸਿਟੀ ਹੈ ਉਹ ਕਿਹਦੇ ਨਾਲੋਂ ਜ਼ਿਆਦਾ ਹੈ, CH2 ਨਾਲੋਂ। ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਸੁਣ ਲਿਓ। ਇਨਕਰੀਜ਼ ਤਾਂ ਇਹਦੇ ਨਾਲ ਕੀ ਹੈ, ਇੱਥੇ ਜੋ ਹੈ, ਇੱਥੇ ਓਪੋਜ਼ ਜਿਹੜੀ ਹੈ ਉਹ ਵਧੂਗੀ, ਇਨਕਰੀਜ਼ ਅਪੋਜ਼ ਵੈਨ ਪਲੇਸਡ ਇਨ ਮੈਗਨੈਟਿਕ ਫੀਲਡ। ਜਦੋਂ ਅਸੀਂ ਇਹ ਸਾਰੇ ਮੋਲੀਕਿਊਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਾਂਗੇ ਤਾਂ ਇਹਦੇ ਕੋਲ ਇਲੈਕਟ੍ਰੋਨਸ ਵੱਧ ਨੇ ਨਾ, ਤਾਂ ਇਹ ਅਪੋਜ਼ ਜ਼ਿਆਦਾ ਕਰੂਗਾ ਮੈਗਨੈਟਿਕ ਫੀਲਡ ਨੂੰ। ਇਹਦੇ ਕੋਲ ਇਲੈਕਟ੍ਰੋਨ ਥੋੜੇ ਘੱਟ ਨੇ, ਇਹ ਅਪੋਜ਼ ਕੀ ਕਰੂਗਾ, ਥੋੜਾ ਜਿਹਾ ਘੱਟ ਕਰੂਗਾ, ਠੀਕ ਹੈ ਨਾ। ਜਿੱਥੇ ਅਪੋਜ਼ ਜ਼ਿਆਦਾ ਉੱਥੇ ਸਪਲਿਟਿੰਗ ਘੱਟ ਹੁੰਦੀ ਹੈ, ਜਿੱਥੇ ਅਪੋਜ਼ ਘੱਟ ਹੁੰਦਾ ਉੱਥੇ ਸਪਲਿਟਿੰਗ ਜ਼ਿਆਦਾ ਹੁੰਦੀ ਹੈ, ਇਹ ਵੀ ਯਾਦ ਰੱਖ ਲਿਓ। ਹੁਣ ਸਪਲਿਟਿੰਗ ਕਿਵੇਂ, ਤੁਸੀਂ ਦੇਖ ਸਕਦੇ ਹੋ, ਦੇਖੋ ਇੱਕ ਆਹ ਕਨਸੈਪਟ ਹੈ, ਇਹਦੇ ਵਿੱਚ ਮੈंने ਉੱਪਰ ਵਾਲਾ ਹੀ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ CH3 CH2 ਦੀ ਡਾਇਗਰਾਮ ਬਣਾ ਰਿਹਾ, ਠੀਕ ਹੈ, ਸਪੈਕਟਰਾ ਪੀਕਸ, ਓਕੇ। ਦੇਖੋ ਇਹਦੇ ਵਿੱਚ ਬੜਾ ਸਿੰਪਲ ਜੀ ਗੱਲ ਹੁੰਦੀ ਆ, ਤੁਸੀਂ ਦੇਖਿਆ ਨਾ ਕਿ ਸਪਲਿਟਿੰਗ ਤਾਂ ਚਲੋ ਠੀਕ ਹੈ, ਬਟ CH3 ਦੇ ਕੀ ਸੀਗਾ, ਅਸੀਂ ਕਿਹਾ ਸੀ ਵੀ ਇਲੈਕਟ੍ਰੋਨ ਡੈਂਸਿਟੀ ਜ਼ਿਆਦਾ ਹੈ, ਇਹਦੀ ਕੀ ਹੈ, ਇਲੈਕਟ੍ਰੋਨ ਡੈਂਸਿਟੀ ਕੀ ਹੈ, ਘੱਟ ਹੈ। ਜਿਹੜੀ ਇਹ ਹੈ CH3 ਹੈ, ਇਹ ਕੀ ਹੋਊਗਾ, ਇਹ TMS ਕੀ ਹੁੰਦਾ ਹੈ, ਇਹਦੇ ਬਾਰੇ ਵੀ ਡਿਸਕਸ ਕਰਾਂਗੇ ਹੁਣੀ ਇਸ ਤੋਂ ਬਾਅਦ। TMS ਇੱਕ ਸਟੈਂਡਰਡ ਲਾਈਨ ਹੁੰਦੀ ਆ, ਠੀਕ ਹੈ ਨਾ, ਸਟੈਂਡਰਡ ਲਾਈਨ। ਜਿਹੜਾ CH3 ਦੀ ਪੀਕ ਆਊਗੀ ਉਹ ਇੱਥੇ ਆ ਰਹੀ ਹੈ, ਤੇ CH2 ਦੀ ਜਿਹੜੀ ਪੀਕ ਹੈ ਉਹ ਥੋੜੀ ਜਿਹੀ ਦੂਰ ਜਾ ਰਹੀ ਹੈ, ਠੀਕ ਹੈ ਨਾ। ਦੈਟ ਮੀਨ ਇਹ ਕੀ ਹੈ, ਸ਼ੀਲਡਡ, ਇਹ ਕੀ ਹੈ, ਡੀ ਸ਼ੀਲਡਡ। ਇਹ ਵਰਡਸ ਵੀ ਦੁਬਾਰਾ ਡਿਸਕਸ ਹੋਣਗੇ,
ठीक है। ਤਾਂ ਜਿਹੜਾ ਹੁਣ ਇੱਥੇ ਗੱਲ ਕਰ ਰਹੇ ਹਾਂ ਅਸੀਂ TMS ਤੋਂ ਇੰਨਾ ਦੂਰ ਹੈ ਇਹ, ਠੀਕ ਹੈ। ਇਹਨੂੰ ਕਹਿੰਦੇ ਨੇ ਇਹ ਡਿਫਰੈਂਸ CH3 ਦਾ ਸਟੈਂਡਰਡ ਨਾਲੋਂ ਡਿਫਰੈਂਸ ਕਿੰਨਾ ਹੈਗਾ, ਉਹਨੂੰ ਕਹਿੰਦੇ ਨੇ ਕੈਮੀਕਲ ਸ਼ਿਫਟ। ਇੱਕ ਟਰਮ ਹੈ ਬਹੁਤ ਯੂਜ਼ ਹੁੰਦੀ ਹੈ, ਕੈਮੀਕਲ ਸ਼ਿਫਟ ਕਹਿੰਦੇ ਇਹਨੂੰ। ਤੇ ਜਿਹੜੀ ਇਹ ਵਾਲੀ ਪੀਕ ਹੈ ਇਹਦਾ ਸਟੈਂਡਰਡ ਤੋਂ ਕਿੰਨਾ ਗੈਪ ਹੈ, ਇਹਨੂੰ ਕਹਿੰਦੇ ਨੇ ਕੈਮੀਕਲ ਸ਼ਿਫਟ। ਓਕੇ, ਤਾਂ ਡੀ ਸ਼ੀਲਡਡ ਜਿਹੜਾ ਹੈ ਜਿੰਨੀਆਂ ਪੀਕਸ ਇੱਧਰ ਆਉਂਦੀਆਂ ਜਾਣਗੀਆਂ ਮਤਲਬ ਉਹ ਡੀ ਸ਼ੀਲਡਡ ਨੇ, ਜੇਕਰ ਉਹ ਸਟੈਂਡਰਡ ਦੇ ਨੇੜੇ ਨੇ ਨੀਅਰ ਨੇ ਉਹ ਕੀ ਨੇਗੀਆਂ ਸ਼ੀਲਡਡ ਨੇ। ਓਕੇ, ਸ਼ੀਲਡਡ ਹੈ ਇਹ ਡੀ ਸ਼ੀਲਡਡ ਹੈ, ਠੀਕ ਹੈ ਜੀ। ਸੋ ਇੱਥੇ PPM ਦੇ ਵਿੱਚ ਇਹ ਗ੍ਰਾਫ ਬਣਦਾ ਹੁੰਦਾ, ਜਿਹੜੀਆਂ ਇਹ ਵੈਲਿਊਜ਼ ਨੇ 4 PPM 3 PPM, ਠੀਕ ਹੈ। ਇਹਦਾ ਵੈਲਿਊ ਹੁੰਦੀ ਹੈ 0, 0 ਤੇ ਖੜਾ ਇਹ 0 PPM। ਓਕੇ, ਤੇ PPM ਜਿਹੜਾ ਹੈ ਦੈਟ ਇਜ਼ ਰਿਕਾਰਡਡ ਬਾਈ NMR ਮਸ਼ੀਨਸ ਔਰ ਇਹਦੇ ਯੂਨਿਟਸ ਹੁੰਦੇ ਨੇ ਮੈਗਾ ਹਰਟਸ। ਇਹਦੇ ਨਾਲ ਦਾ ਜਿਹੜਾ ਮਾਸਟਰ ਕੈਡਰ ਦੇ ਵਿੱਚ ਕੁਐਸਚਨ ਵੀ ਆਇਆ ਹੋਇਆ, ਮਾਸਟਰ ਕੈਡਰ ਦਾ ਕੁਐਸਚਨ ਵੀ ਆਪਾਂ ਡਿਸਕਸ ਕਰਾਂਗੇ ਲਾਸਟ ਤੇ, ਜਿਹੜਾ ਐਗਜ਼ਾਮ ਦੇ ਵਿੱਚ ਆਇਆ ਹੋਇਆ ਸੀਗਾ। ਓਕੇ, 2016 ਦੇ ਵਿੱਚ। ਉਹ ਤਾਂ ਤੁਹਾਨੂੰ ਦੇਖੋ ਸਮਝ ਆਊਗਾ, ਉਸ ਟਾਈਪ ਦੇ ਕੁਐਸਚਨ ਤੁਹਾਨੂੰ ਤਾਂ ਸਮਝ ਆਉਣਗੇ ਜੇ ਤੁਹਾਡਾ ਕੋਈ ਕਨਸੈਪਟ ਬਣਿਆ ਹੋਊਗਾ ਉਸ ਕੁਐਸਚਨ ਦੇ ਰਿਗਾਰਡਿੰਗ, ਠੀਕ ਹੈ ਨਾ। ਕਿਉਂਕਿ ਜੇ ਕਨਸੈਪਟ ਨਹੀਂ ਬਣੂਗਾ ਤਾਂ ਤੁਹਾਨੂੰ ਕੁਝ ਵੀ ਜਿਹੜਾ ਹੈ ਸਮਝ ਨਹੀਂ ਆਊਗਾ। ਚਲੋ ਜੀ ਨੈਕਸਟ ਮੂਵ ਕਰਦੇ ਆਪਾਂ। ਆਹ ਸੀ ਕ੍ਰਾਈਟੀਰੀਆ ਰਿਕੁਆਇਰਡ ਫॉर NMR ਸਿਗਨਲ। ਕਿਹੜਾ ਕਹਿੰਦੇ ਅਗਰ ਤੁਸੀਂ NMR ਸਿਗਨਲ ਨੂੰ ਲੈ ਕੇ ਆਉਣਾ, ਜਿਹੜੀ ਉੱਪਰ ਪੀਕਸ ਬਣੀਆਂ ਸੀ ਇੱਦਾਂ ਤੁਸੀਂ ਦੇਖਿਆ ਨੇ ਉਹ ਸਿਗਨਲਸ ਹੀ ਨੇ। ਓਕੇ, ਉਹ ਸਿਗਨਲਸ ਹੀ ਸੀਗੇ। ਸਿਗਨਲਸ ਲਿਆਉਣ ਵਾਸਤੇ ਕੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇੱਕ ਤਾਂ ਦੇਖੋ ਜਿਹਦਾ ਤੁਸੀਂ NMR ਸਿਗਨਲ ਲੈ ਕੇ ਆਉਣਾ ਹੈ ਉਹ ਨਿਊਕਲੀਆਈ ਦੀ ਸਪਿਨ ਹੋਣੀ ਚਾਹੀਦੀ ਹੈ। ਮੀਨਸ ਉਹਦੇ ਕੋਲੇ ਕੋਈ ਨਾ ਕੋਈ ਸਪਿਨ ਹੋਵੇ, ਸਪਿਨ ਕੁਆਂਟਮ ਨੰਬਰ ਹੋਵੇ I = 1/2। ਪੋਜ਼ੀਟਿਵ ਜਿਹੜਾ ਹੈ ਜ਼ਿਆਦਾ ਪ੍ਰਾਇੋਰਟੀ ਦਿੱਤੀ ਜਾਂਦੀ ਹੈ। ਦੂਸਰਾ, ਉਸ ਮੋਲੀਕਿਊਲ ਨੂੰ ਜਾਂ ਉਸ ਨਿਊਕਲੀਆਈ ਨੂੰ ਤੁਸੀਂ ਮੈਗਨੈਟਿਕ ਫੀਲਡ ਦੇ ਵਿੱਚ ਰੱਖਣਾ ਹੈ ਐਕਸਟਰਨਲ, ਤਾਂ ਹੀ ਜਿਹੜੇ ਨੇ NMR ਸਿਗਨਲ ਓਬਜ਼ਰਵ ਹੁੰਦੇ ਨੇ। ਇੱਕ ਫ੍ਰੀਕੁਐਂਸੀ ਆਉਂਦੀ ਹੈ ਇਹਦੇ ਵਿੱਚ ਦੈਟ ਇਜ਼ ਲਾਰਮਰ ਫ੍ਰੀਕੁਐਂਸੀ। ਲਾਰਮਰ ਫ੍ਰੀਕੁਐਂਸੀ ਤੁਸੀਂ ਐਜ਼ ਇਟ ਇਜ਼ ਲਰਨ ਕਰ ਲਓ, ਕਿਉਂਕਿ ਕਈ ਵਾਰੀ ਐਗਜ਼ਾਮ ਦੇ ਵਿੱਚ ਐਕਸਪ੍ਰੈਸ਼ਨ ਵੀ ਪੁੱਛ ਲਿਆ ਜਾ ਸਕਦਾ ਹੈ ਜਾਂ ਕੁਝ ਵੀ ਵੈਲਿਊਜ਼ ਦੇ ਕੇ ਤੁਹਾਨੂੰ ਲਾਰਮਰ ਫ੍ਰੀਕੁਐਂਸੀ ਪੁੱਛੀ ਜਾ ਸਕਦੀ ਹੈ, ਠੀਕ ਹੈ। ਤਾਂ ਲਾਰਮਰ ਫ੍ਰੀਕੁਐਂਸੀ ਹੁੰਦਾ ਨਿਊ = ਗਾਮਾ B0/2π। ਵੇਅਰ ਨਿਊ ਕੀ ਹੈ, ਨਿਊ ਨੂੰ ਆਪਾਂ ਕਹਿੰਦੇ ਹਾਂ ਲਾਰਮਰ ਫ੍ਰੀਕੁਐਂਸੀ ਜਾਂ ਫਿਰ ਕੀ ਕਰਦੇ ਹਾਂ ਪ੍ਰੀਸੀਜ਼ਨਲ ਫ੍ਰੀਕੁਐਂਸੀ। ਓਕੇ, ਪ੍ਰੀਸੀਜ਼ਨਲ ਫ੍ਰੀਕੁਐਂਸੀ ਵੀ ਇਹਨੂੰ ਕਿਹਾ ਜਾਂਦਾ ਹੈ। ਗਾਮਾ ਕੀ ਹੁੰਦਾ ਇੱਥੇ ਦੈਟ ਇਜ਼ ਜਾਇਰੋ ਮੈਗਨੈਟਿਕ ਰੇਸ਼ੋ। ਜਾਇਰੋ ਮੈਗਨੈਟਿਕ ਰੇਸ਼ੋ ਹੁੰਦੀ ਹੈ। B0 ਕੀ ਹੈ ਮੈਗਨੈਟਿਕ ਫੀਲਡ ਸਟਰੈਂਥ। ਅਗਰ ਵੈਲਿਊਜ਼ ਤੁਹਾਨੂੰ ਦਿੱਤੀਆਂ ਹੋਈਆਂ ਨੇ ਤੁਸੀਂ ਫਾਰਮੂਲਾ ਦੇ ਵਿੱਚ ਪੁੱਟ ਕਰਕੇ ਲਾਰਮਰ ਫ੍ਰੀਕੁਐਂਸੀ ਵੀ ਕੱਢ ਸਕਦੇ ਹੋ, ਠੀਕ ਹੈ। ਤੇ ਇਹ ਵਾਲਾ ਰਹਿਣ ਦਿਓ B0 = ਦਿਸ ਪੋਰਸ਼ਨ ਰਹਿਣ ਦਿਓ। ਨੈਕਸਟ ਅਸੀਂ ਗੱਲ ਕੀਤੀ ਸੀ ਹੁਣੀ ਲਾਸਟ ਸਲਾਈਡ ਦੇ ਵਿੱਚ TMS ਬਾਰੇ, ਹੈ ਨਾ, ਕਿ ਸਟੈਂਡਰਡ ਹੁੰਦੀ ਹੈ। ਇਹ ਵੀ ਬਹੁਤ ਇੰਪੋਰਟੈਂਟ, ਐਗਜ਼ਾਮ 'ਚ ਇਹਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਤੁਹਾਨੂੰ। TMS ਦੀ ਫੁੱਲ ਫਾਰਮ ਹੁੰਦੀ ਹੈ ਟੈਟਰਾ ਮਿਥਾਈਲ ਸਾਈਲੀਨ। ਓਕੇ, ਜੇਕਰ ਤੁਸੀਂ ਫਾਰਮੂਲਾ ਦੇਖਣਾ ਤਾਂ ਫਾਰਮੂਲਾ ਇਹਦਾ ਹੁੰਦਾ ਹੈ ਦੈਟ ਇਜ਼ ਸਿਲੀਕਨ CH3 ਤੇ ਕਿੰਨੇ ਪਾਰਟ ਹੁੰਦੇ ਨੇ 4 ਪਾਰਟਸ। ਤਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਕਹਿੰਦੇ ਨੇ TMS। ਇੱਕ ਸਟੈਂਡਰਡ ਇਹਨੂੰ ਮੰਨਿਆ ਜਾਂਦਾ ਹੈ। ਜਿਵੇਂ ਗ੍ਰਾਫ ਹੁੰਦਾ ਨਾ, ਦੇਖੋ ਇਦਾਂ ਆਪਾਂ ਓਰੀਜਨ ਹੈ ਨਾ, ਓਰੀਜਨ ਲੈਣੇ ਹੁੰਦੇ ਆ, ਉਹ ਸਟੈਂਡਰਡ ਹੈ ਨਾ। ਉਸ ਤਰੀਕੇ ਨਾਲ ਇਸ ਦੇ ਵਿੱਚ ਸਪੈਕਟਰੋਸਕੋਪੀ 'ਚ ਆਪਾਂ TMS ਜਿਹੜਾ ਕੰਪਾਊਂਡ ਹੈ ਇਹਨੂੰ ਰੈਫਰੈਂਸ ਕੰਪਾਊਂਡ ਮੰਨਦੇ ਹਾਂ। ਮੀਨਸ ਇਹਨੂੰ ਸਟੈਂਡਰਡ ਮੰਨਿਆ ਜਾਂਦਾ ਹੈ। ਜੋ ਵੀ ਕੋਈ ਵੇਰੀਏਸ਼ਨ ਹੈ, ਜੋ ਵੀ ਕੋਈ ਮੋਲੀਕਿਊਲ ਹੈ, ਸਿਗਨਲ ਹੈ, ਠੀਕ ਹੈ, ਉਹ ਇਹਦੇ ਜਾਂ ਤਾਂ ਨੇੜੇ ਬਣਨਗੇ ਜਾਂ ਇਸ ਤੋਂ ਦੂਰ ਬਣਨਗੇ। ਓਕੇ, ਸੋ ਇਹਦੇ ਕੋਲ ਕੀ ਹੁੰਦਾ 12 ਇਕੁਇਵਲੈਂਟ ਹਾਈਡਰੋਜਨ ਹੁੰਦੇ ਨੇ। ਇਹਦੇ ਕੋਲ 12 ਹਾਈਡਰੋਜਨ ਹੁੰਦੇ ਨੇ ਔਰ ਸਾਰੇ ਜਿਹੜੇ ਨੇ ਉਹ ਸੇਮ ਹੀ ਕਾਰਬਨ ਦੇ ਨਾਲ ਨੇ, ਇਸ ਕਰਕੇ ਉਹਨਾਂ ਨੂੰ ਇਕੁਇਵਲੈਂਟ ਹਾਈਡਰੋਜਨ ਕਿਹਾ ਜਾਂਦਾ ਹੈ। ਓਕੇ, ਸੋ ਹੁਣ ਤੁਸੀਂ ਦੇਖੋ ਕੀ ਹੁੰਦੇ ਨੇ ਸ਼ੀਲਡਡ, ਕੀ ਹੁੰਦਾ ਡੀ ਸ਼ੀਲਡਡ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਪਫੀਲਡ ਰੀਜਨ, ਡਾਊਨਫੀਲਡ ਰੀਜਨ। ਦੇਖੋ ਸਪੋਜ਼ ਕਰੋ ਇਹ ਹੈਗੇ ਸਟੈਂਡਰਡ, ਠੀਕ ਹੈ ਨਾ। ਸਟੈਂਡਰਡ ਜਿਹੜੀ ਪੀਕ ਹੈ ਇਹ TMS ਦੀ ਪੀਕ ਹੈ 0 PPM ਤੇ। ਮੇਰੇ ਕੋਲ ਕੋਈ ਸਿਗਨਲ ਹੈ ਕਿਸੇ ਮੋਲੀਕਿਊਲ ਦਾ, ਉਹ ਸਿਗਨਲ ਇੱਥੇ ਹੈ। ਇੱਕ ਹੋਰ ਮੋਲੀਕਿਊਲ ਹੈ ਉਸੇ ਦਾ ਹੀ ਕੋਈ ਪਾਰਟ ਹੈ, ਉਹਦੇ ਵਿੱਚ ਸਿਗਨਲ ਇੰਨਾ ਆਇਆ, ਇੱਕ ਆਇਆ 2.1 ਤੇ ਇੱਕ ਆਇਆ 3.4 ਲਗਾ ਲਓ ਜਾਂ 9 ਲਗਾ ਲਓ। ਓਕੇ, PPM ਯੂਨਿਟਸ ਰਹਿਣਗੇ PPM। ਤੇ ਜੋ ਇਹਦੀ ਜਿਹੜੀ ਸਟੈਂਡਰਡ ਵੈਲਿਊ ਹੈ ਮੀਨਸ ਆਰਬਿਟਰੇਰੀ ਵੈਲਿਊ ਇਹਦੀ 10 PPM ਹੁੰਦੀ ਆ। ਓਕੇ, ਸੋ ਨੈਕਸਟ ਗੱਲ ਕਰਦੇ ਆ ਕਿ ਹੁਣ ਕੈਮੀਕਲ ਸ਼ਿਫਟ ਕੀ ਹੁੰਦਾ ਹੈ। ਜੋ ਫਸਟ ਸਿਗਨਲ ਹੈ ਇਹਦਾ ਡਿਸਟੈਂਸ ਕਿੰਨਾ ਹੈ ਸਟੈਂਡਰਡ ਨਾਲੋਂ, ਉਹਨੂੰ ਕੈਮੀਕਲ ਸ਼ਿਫਟ ਕਿਹਾ ਜਾਂਦਾ। ਆਲਰੇਡੀ ਮੈਂ ਤੁਹਾਨੂੰ ਦੱਸਤਾ। ਤੇ ਇਹ ਵਾਲਾ ਡਿਸਟੈਂਸ ਇੱਥੋਂ ਕੀ ਹੋਊਗਾ ਕੈਮੀਕਲ ਸ਼ਿਫਟ। ਇਹ ਕੀ ਹੈ ਸ਼ੀਲਡਡ, ਇਹ ਕੀ ਹੈ ਡੀ ਸ਼ੀਲਡਡ, ਇਹਨਾਂ ਬਾਰੇ ਡਿਸਕਸ ਕਰ ਲੈਂਦੇ ਆ, ਠੀਕ ਹੈ। ਹੁਣ ਜਿਹੜੇ ਇਹ ਵਾਲਾ ਡਿਸਟੈਂਸ ਸੀਗਾ ਇਸ ਸਿਗਨਲ ਦਾ ਡਿਸਟੈਂਸ, ਕਹਿੰਦੇ
ਸੋ ਪ੍ਰੋਟੋਨ ਵਿਲ ਇਹਦੇ ਵਿੱਚ ਕੀ ਹੈ ਗੋਇੰਗ ਇਨ ਅਪਫੀਲਡ ਰੀਜਨ। ਸ਼ੀਲਡਡ ਪ੍ਰੋਟੋਨ ਹੈ ਇਹ ਜਿਹੜੀ ਜਿਸ ਦੀ ਕੈਮੀਕਲ ਸ਼ਿਫਟ ਲੈਸ ਹੈ। ਦੇਖੋ ਇਹ ਕੈਮੀਕਲ ਸ਼ਿਫਟ ਇਹਦੀ ਦੇਖੋ ਘੱਟ ਹੈ, ਇਹਦੀ ਕੈਮੀਕਲ ਸ਼ਿਫਟ ਕੀ ਹੈ ਡਿਸਟੈਂਸ ਬਿਟਵੀਨ ਦਾ ਸਟੈਂਡਰਡ ਐਂਡ ਐਨੀ ਸਿਗਨਲ ਇਜ਼ ਕਾਲਡ ਕੈਮੀਕਲ ਸ਼ਿਫਟ। ਦੇਖੋ ਇਹ ਘੱਟ ਹੈ ਇਹ ਜ਼ਿਆਦਾ ਹੈ, ਜਿਹਦੀ ਕੈਮੀਕਲ ਸ਼ਿਫਟ ਘੱਟ ਹੋਊਗੀ ਠੀਕ ਹੈ ਨਾ ਉਦੋਂ ਉਹਦਾ ਪ੍ਰੋਟੋਨ ਕੀ ਹੋਏਗਾ ਅਪ ਫੀਲਡ ਰੀਜਨ 'ਚ ਜਾਏਗਾ ਠੀਕ ਹੈ। ਤੇ ਇਹਦੀ ਜਿਹੜੀ ਸਿਗਨਲ ਦੇਖੋ ਇੱਥੇ ਕੈਮੀਕਲ ਸ਼ਿਫਟ ਇਹਦੀ ਜ਼ਿਆਦਾ ਹੈ, ਇੱਥੇ ਕੀ ਹੋਏਗਾ ਪ੍ਰੋਟੋਨ ਵਿਲ ਫਾਲ ਇਨ ਦਾ ਡਾਊਨਫੀਲਡ ਰੀਜਨ। ਡਾਊਨਫੀਲਡ ਰੀਜਨ 'ਚ ਜਾ ਰਿਹਾ ਹੈ ਇਸ ਕਰਕੇ ਉਸ ਪ੍ਰੋਟੋਨ ਨੂੰ ਅਸੀਂ ਡੀ ਸ਼ੀਲਡਡ ਪ੍ਰੋਟੋਨ ਕਹਾਂਗੇ। ਅਪ ਫੀਲਡ ਦੇ ਵਿੱਚ ਜਾ ਰਿਹਾ ਇਹਨੂੰ ਅਸੀਂ ਸ਼ੀਲਡਡ ਪ੍ਰੋਟੋਨ ਕਹਾਂਗੇ ਠੀਕ ਹੈ। ਤਾਂ ਹੁਣ ਪਤਾ ਕਿਵੇਂ ਲੱਗੂਗਾ ਕਿ ਇਹ ਇੱਥੇ ਸਿਗਨਲ ਆਊਗਾ ਜਾਂ ਇਹਦਾ ਇੱਥੇ ਸਿਗਨਲ ਆਊਗਾ। ਓਕੇ ਇਹ ਆਪਾਂ ਡਿਸਕਸ ਕਰ ਰਹੇ ਹਾਂ। ਦੇਖੋ ਐਗਜ਼ਾਮਪਲ ਨਾਲ ਸਮਝਦੇ ਹਾਂ, ਹੁਣ ਤੁਹਾਨੂੰ ਐਗਜ਼ਾਮਪਲ ਨਾਲ ਸਮਝ ਆ ਜੂ ਜਿਹੜਾ ਮੈਂ ਉੱਪਰ ਕੰਸੈਪਟ ਦੱਸਿਆ। ਮੇਨ ਤਾਂ ਐਗਜ਼ਾਮਪਲ ਹੀ ਹੁੰਦੀ ਹੈ। ਦੋ ਐਗਜ਼ਾਮਪਲਸ ਲਈਆਂ ਨੇ ਮੈਂ, ਇੱਕ ਤਾਂ ਇਹ ਲਈ ਹੈ ਇੱਕ ਇਹ ਲਈ ਹੈ। ਫਰਕ ਕੀ ਹੈ ਇੱਥੇ ਕਾਰਬਨ ਲੱਗਿਆ ਹੋਇਆ ਇੱਥੇ ਕਲੋਰੀਨ ਲੱਗਿਆ ਹੋਇਆ। ਜੇ ਮੈਂ ਇਹਨਾਂ ਦੇ ਇਲੈਕਟ੍ਰੋਨਸ ਨੂੰ ਇਹਨਾਂ ਨੂੰ ਖੋਲ ਕੇ ਲਿਖਾਂ ਠੀਕ ਹੈ ਇਹਨਾਂ ਦੀ ਡਾਇਗਰਾਮ ਨੂੰ, ਤਾਂ ਤੁਸੀਂ ਦੇਖ ਸਕਦੇ ਹੋ ਇਹਦੀ ਡਾਇਗਰਾਮ ਨੂੰ ਕੀ ਲਿਖਿਆ ਆਪਾਂ ਨੇ ਦੇਖੋ ਆਹ ਇਹਦੇ ਵਿੱਚ ਕੀ ਹੈ ਕਲੋਰੀਨ ਇਲੈਕਟ੍ਰੋਨੈਗੇਟਿਵ ਹੈ ਤਾਂ ਕਾਰਬਨ ਦੇ ਐਟਮਸ ਨੂੰ ਆਪਣੇ ਵੱਲ ਖਿੱਚੂਗਾ। ਆਹ ਦੇਖੋ ਇਹੀ ਚੀਜ਼ ਹੋ ਰਹੀ ਹੈ ਠੀਕ ਹੈ ਨਾ। ਇੱਥੇ ਜਿਹੜੇ ਆ ਪਏ ਸੀਗੇ ਇਲੈਕਟ੍ਰੋਨ ਇਹ ਇੱਧਰ ਨੂੰ ਮੂਵ ਹੋ ਗਏ, ਜਿਹੜੇ ਇਹ ਸੀ ਇਹ ਵੀ ਇੱਧਰ ਨੂੰ ਮੂਵ ਹੋ ਗਏ। ਤਾਂ ਹਾਈਡਰੋਜਨ ਥੋੜਾ ਜਿਹਾ ਹੁਣ ਕੀ ਮਹਿਸੂਸ ਕਰ ਰਿਹਾ ਕਿ ਉਹਦੇ ਕੋਲ ਇਲੈਕਟ੍ਰੋਨਸ ਹੁਣ ਨਹੀਂ ਹੈਗੇ। ਤਾਂ ਇੱਥੇ ਜਿਹੜਾ ਹਾਈਡਰੋਜਨ ਹੈ ਉੱਥੇ ਕਿਹੜਾ ਇਫੈਕਟ ਹੋ ਗਿਆ ਡੀ ਸ਼ੀਲਡਿੰਗ ਇਫੈਕਟ ਹੋ ਗਿਆ। ਇੱਥੇ ਜੋ ਹਾਈਡਰੋਜਨ ਹੈ ਇੱਥੇ ਕਿਹੜਾ ਇਫੈਕਟ ਹੋ ਗਿਆ ਦੈਟ ਇਜ਼ ਸ਼ੀਲਡਿੰਗ ਇਫੈਕਟ ਹੋ ਗਿਆ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕੈਮੀਕਲ ਸ਼ਿਫਟ ਕਿਹਦਾ ਜ਼ਿਆਦਾ ਹੋਏਗਾ। ਦੇਖੋ ਹਾਇਰ ਇਲੈਕਟ੍ਰੋਨੈਗੇਟਿਵਿਟੀ ਜਿੰਨੀ ਇਹਦੇ ਵਿੱਚ ਇਲੈਕਟ੍ਰੋਨੈਗੇਟਿਵਿਟੀ ਦਾ ਕੇਸ ਸੀਗਾ ਇਹਦੇ ਵਿੱਚ, ਤਾਂ ਜਿੰਨੀ ਜ਼ਿਆਦਾ ਇਲੈਕਟ੍ਰੋਨੈਗੇਟਿਵਿਟੀ ਹੋਏਗੀ ਓਨਾ ਡੀ ਸ਼ੀਲਡਿੰਗ ਇਫੈਕਟ ਹੋਏਗਾ। ਜਿੰਨਾ ਡੀ ਸ਼ੀਲਡਿੰਗ ਇਫੈਕਟ ਹੋਏਗਾ ਉਹਦੀ ਕੈਮੀਕਲ ਸ਼ਿਫਟ ਜਿਹੜੀ ਹੈ ਓਬਵੀਅਸਲੀ ਉਹ ਇਨਕਰੀਜ਼ ਕਰਦੀ ਜਾਊਗੀ। ਸਮਝ ਆ ਗਈ ਨਾ। ਤਾਂ ਦੈਟ ਮੀਨ ਇਹ ਜੋ ਮੋਲੀਕਿਊਲ ਹੈ ਠੀਕ ਹੈ ਅਗਰ ਤੁਸੀਂ ਪੀਕ ਬਣਾਓਗੇ ਇੱਥੇ ਸਟੈਂਡਰਡ ਆ ਗਿਆ, ਇਹ ਜੋ ਹੈ ਇਹ ਦੂਰ ਆ ਜਾਊਗਾ ਇੱਥੇ ਆ ਜਾਊਗਾ ਠੀਕ ਹੈ। ਜਿਹੜੀ ਇਹਦੀ ਪੀਕ ਹੈ ਉਹ ਇਹਦੇ ਨੇੜੇ ਆ ਜਾਊਗੀ। ਸਮਝ ਆ ਗਈ ਨਾ। ਸੋ ਇਸ ਵੇ ਨਾਲ ਵੀ ਪੁੱਛਿਆ ਜਾ ਸਕਦਾ ਐਗਜ਼ਾਮ ਦੇ ਵਿੱਚ, ਬਸ ਕਨਸੈਪਟ ਤੁਸੀਂ ਆਪਣੇ ਮਾਈਂਡ 'ਚ ਰੱਖਣਾ। ਇੱਕ ਕੁਐਸਚਨ ਡਿਸਕਸ ਕਰ ਲੈਂਦੇ ਹਾਂ ਨੈਕਸਟ। ਦੇਖੋ ਇਹਦੇ ਵਿੱਚ ਕਿੰਨੇ ਸਿਗਨਲਸ ਨੇ, ਇਨਵਾਇਰਮੈਂਟ ਦੇਖਣਾ। ਹਰੇਕ ਹਾਈਡਰੋਜਨ ਪ੍ਰੋਟੋਨ ਦੀ ਨਿਊਕਲੀਅਸ ਦੀ ਗੱਲ ਹੁੰਦੀ ਹੈ ਇੱਥੇ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹ ਸਾਰਾ ਮੋਲੀਕਿਊਲ ਹੈ, ਇਹਨੂੰ ਦੇਖੋ ਪਹਿਲਾਂ ਕਿ ਇਹ ਜੋ ਹੈ ਇਹਦੇ ਪਾਸ ਇਹਦਾ ਕਿਸੇ ਹੋਰ ਨਾਲ ਮੈਚਿੰਗ ਹੋ ਰਹੀ ਆ ਨਹੀਂ, ਤਾਂ ਦੈਟ ਮੀਨ ਇੱਕ ਤਰ੍ਹਾਂ ਦੇ ਹਾਈਡਰੋਜਨ ਨੇ ਜਾਂ ਪ੍ਰੋਟੋਨ ਨੇ, ਇਹ ਇੱਕ ਤਰ੍ਹਾਂ ਦੇ ਪ੍ਰੋਟੋਨ ਨੇ ਓਕੇ। ਇਹ ਇੱਕ ਤਰ੍ਹਾਂ ਦੇ ਪ੍ਰੋਟੋਨ ਨੇ। ਕਿਵੇਂ? ਇਹਨਾਂ ਦੋਨਾਂ ਦਾ ਇਨਵਾਇਰਮੈਂਟ ਸੇਮ ਨਹੀਂ ਹੈ ਠੀਕ ਹੈ ਨਾ। ਇਹਦੇ ਸਾਈਡ ਤੇ ਲੱਗਿਆ ਹੋਇਆ CH3, ਇਹਦੇ ਸਾਈਡ ਤੇ ਲੱਗਿਆ ਹੋਇਆ Cl। ਸੋ ਇਨਵਾਇਰਮੈਂਟ ਦੋਨਾਂ ਦਾ ਸੇਮ ਨਹੀਂ ਹੈਗਾ ਠੀਕ ਹੈ। ਇਸ ਕਰਕੇ ਦੋਨਾਂ ਨੂੰ B ਨਾਮ ਨਹੀਂ ਦੇਣਾ, ਇੱਕ B ਆਊਗਾ ਇੱਕ C ਆਊਗਾ। ਇਹ ਤਿੰਨੋਂ ਜਿਹੜੇ ਨੇ ਆਪਸ ਦੇ ਵਿੱਚ ਸਾਰੇ ਕੀ ਨੇ ਇਹ ਨੋਨ ਇਕੁਵਲੈਂਟ ਨੇ ਬਿਕੋਜ਼ ਡਿਫਰੈਂਟ ਇਨਵਾਇਰਮੈਂਟ ਹੈ ਇਹਨਾਂ ਦਾ ਆਲੇ ਦੁਆਲੇ ਓਕੇ। ਸੋ ਇਹ ਇੱਕ ਤਰ੍ਹਾਂ ਦੇ ਨੇ ਇੱਕ ਤਰ੍ਹਾਂ ਦੇ ਨੇ ਇੱਕ ਤਰ੍ਹਾਂ ਦੇ ਨੇ, ਇਸ ਕਰਕੇ 3 NMR ਸਿਗਨਲ ਜਿਹੜੇ ਨੇ ਇੱਥੇ ਓਬਜ਼ਰਵ ਹੋਣਗੇ ਠੀਕ ਹੈ। ਤਾਂ ਤੁਸੀਂ ਆਪ ਸਮਝੋ ਇਲੈਕਟ੍ਰੋਨੈਗੇਟਿਵਿਟੀ ਮੋਰ ਡੀ ਸ਼ੀਲਡਡ ਠੀਕ ਹੈ ਨਾ, ਇਹ ਜ਼ਿਆਦਾ ਡੀ ਸ਼ੀਲਡਡ ਹੋਏਗਾ, ਇਹ ਥੋੜਾ ਜਿਹਾ ਘੱਟ ਹੋਏਗਾ, ਇਹ ਜਮਾ ਹੀ ਘੱਟ ਹੋਏਗਾ। ਤਾਂ ਤੁਸੀਂ ਡਾਇਗਰਾਮ ਦੇਖ ਸਕਦੇ ਹੋ, ਸਿਗਨਲਸ ਤੁਹਾਡੇ ਤਿਆਰ ਨੇ ਠੀਕ ਹੈ ਨਾ। ਇਹ ਗੈਪ ਘੱਟ, ਇਹ ਉਸ ਤੋਂ ਥੋੜਾ ਜਿਹਾ ਜ਼ਿਆਦਾ, ਇਹ ਉਸ ਤੋਂ ਵੀ ਜ਼ਿਆਦਾ। ਦੈਟ ਮੀਨ ਇਹ ਕਲੋਰੀਨ ਦੇ ਇਹ ਕਲੋਰੀਨ ਦੇ ਕੀ ਸੀਗਾ ਨੇੜੇ ਸੀ ਨਾ C ਵਾਲਾ, ਤਾਂ ਇਹ ਦੂਰ ਆਏਗਾ ਸਿਗਨਲ ਓਕੇ। ਸੋ ਸਮਝ ਆ ਗਈ ਹੋਣੀ। ਤੋਂ ਕੁਝ ਐਗਜ਼ਾਮਪਲਸ ਹੋਰ ਡਿਸਕਸ ਕਰ ਲੈਂਦੇ ਹਾਂ ਕਿ ਕਿੰਨੀਆਂ ਪੀਕਸ ਹੋਣਗੀਆਂ। ਇਹਦੇ ਵਿੱਚ ਦੇਖੋ ਇਹ ਇੱਕ ਤਰ੍ਹਾਂ ਦੇ ਨੇ ਤਾਂ 2 ਪੀਕਸ, ਇਹ ਇੱਕੋ ਹੀ ਤਰ੍ਹਾਂ ਦੇ ਨੇ ਤਾਂ 1 ਪੀਕ ਆਏਗੀ। ਇਹ ਇੱਕ ਤਰ੍ਹਾਂ ਦੇ ਸੀ ਇਹ ਅਲੱਗ ਤਰ੍ਹਾਂ ਦਾ ਸੀ ਤਾਂ 2 ਪੀਕਸ। ਇਹਦੇ ਵਿੱਚ ਇਹ ਇੱਕੋ ਹੀ ਤਰ੍ਹਾਂ ਦੇ ਹਾਈਡਰੋਜਨ ਨੇ 1 ਪੀਕ ਆ ਜੂਗੀ। ਇਹ ਇੱਕ ਤਰ੍ਹਾਂ ਦਾ ਹਾਈਡਰੋਜਨ ਹੈ ਇਹ ਦੂਸਰੀ ਤਰ੍ਹਾਂ ਦਾ ਹਾਈਡਰੋਜਨ ਹੈ 2 ਪੀਕਸ ਆਉਣਗੀਆਂ। ਇਹਦੇ ਵਿੱਚ ਕਿੰਨੇ ਸਿਗਨਲਸ ਪੁੱਛੇ ਜਾ ਰਹੇ ਨੇ, ਇੱਕ ਤਰ੍ਹਾਂ ਦਾ ਹਾਈਡਰੋਜਨ ਬਿਲਕੁਲ ਸੇਮ ਹੀ ਇਹ ਦਿਖਾਈ ਦੇ ਰਹੇ ਨੇ 1 ਸਿਗਨਲ। ਇੱਕ ਤਰ੍ਹਾਂ ਦਾ ਹਾਈਡਰੋਜਨ ਇਹ ਅਲੱਗ ਤਰ੍ਹਾਂ ਦਾ ਇਨਵਾਇਰਮੈਂਟ ਹੈ ਇਹਦੇ ਆਲੇ ਦੁਆਲੇ, ਇਹਦੇ ਅਲੱਗ ਤਰ੍ਹਾਂ ਦਾ ਇਨਵਾਇਰਮੈਂਟ ਹੈ ਠੀਕ ਹੈ ਨਾ। ਨਹੀਂ ਇਹਦਾ ਇਨਵਾਇਰਮੈਂਟ ਤੇ ਇਹਦਾ ਇਨਵਾਇਰਮੈਂਟ ਕੀ ਹੈ ਸੇਮ ਹੈ, ਤਾਂ 2 ਸਿਗਨਲਸ ਇੱਥੇ ਦਿਖਾਈ ਦੇਣਗੇ। ਨੈਕਸਟ ਤੁਸੀਂ ਦੇਖ ਸਕਦੇ ਹੋ ਦੈਟ ਇਜ਼ ਇਹਦੇ ਵਿੱਚ ਹਾਈਡਰੋਜਨ ਇੱਕ ਟਾਈਪ ਦੇ ਨੇ, ਇਸ ਦੇ ਵਿੱਚ ਹਾਈਡਰੋਜਨ ਇੱਕ ਟਾਈਪ ਦੇ ਨੇ। ਸੋ ਇਹਦੇ ਵਿੱਚ ਕਿੰਨੇ ਸਿਗਨਲਸ ਆਉਣਗੇ 2। ਉੱਪਰ ਵਾਲੇ ਦੇ ਵਿੱਚ 3 ਸਿਗਨਲਸ ਆਉਣਗੇ ਜੀ, 3 ਕਰ ਲਿਓ ਉਰੇ
ठीक है। ये अलग तरह का हाइड्रोजन है, ये अलग तरह का, ठीक है, तो ये अलग तरीके के हाइड्रोजन ने, 3 तरह के आएंगे। नैक्सट है कि NMR जो होंगे, NMR दे विच 2 तरह के हो सकती है। NMR एक तो होंगी है प्रोटोन NMR, जो एग्जाम के क्वेश्चन आया सी प्रोटोन NMR के रिलेटेड ही आया है, सो इनू ध्यान ना करना है। प्रोटोन NMR होंगी है, एक होंगी है कार्बन NMR। ओके, कुछ NMR के रूल्स होंगे ने, स्पैक्ट्रल रूल्स होंगे ने, वो देख लें। एक तो फस्ट होंगे स्पैक्ट्रल रूल्स पढ़न तो पहला कुछ फस्ट ऑर्डर स्पैक्ट्रा नू डिस्कस कर लें। जो फस्ट ऑर्डर स्पैक्ट्रा होंगे ये की होंगे, देखो फस्ट ऑर्डर स्पैक्ट्रा होंगे किहड़ा गा। फस्ट ऑर्डर स्पैक्ट्रा होंगे जिहदे कैमिकल शिफ्ट जिहड़ी है वो ग्रेटर होंगी है कपलिंग कॉन्सटेंट नालों। की तो ग्रेटर होंगी है, कैमिकल शिफ्ट ग्रेटर होंगी है कपलिंग कॉन्सटेंट। हुण कपलिंग कॉन्सटेंट तुहाडे लई न्यू जिहड़ा है, मतलब न्यू टर्म है तुहाडे लई। पहले इहनूं समझ लैणे कि वॉट इज़ कपलिंग कॉन्सटेंट। कैमिकल शिफ्ट तो तुसीं ऑलरेडी मैं तुहानूं दस दित्ता है। देखो सपोज पहला कैमिकल शिफ्ट की गल कर रहे, स्टैंडर्ड है, ये कोई पीक है सैंपल की, तो ये जो गैप होंदा इहनूं कैमिकल शिफ्ट कहा जाता है। जो ये कैमिकल शिफ्ट है ना, इनू डिनोट किया जाता है, जां डेल्टा ना कर लो जां ए दे नाल भी कर सकते हो तुसीं, ठीक है। ये दोनों इक्को ही गल है, तो दोनों नू मतलब जां डेल्टा वी कैमिकल शिफ्ट नू रिप्रजेंट करते हैं। तो ये जिहड़ी चीज़ होंदी है ये लो रेजोल्यूशन स्पैक्ट्रा है। लो रेजोल्यूशन स्पैक्ट्रा मीनस असीं इहनूं ज़्यादा डीप जाके नहीं देखते। जे ज़्यादा डीप जाके देखांगे ये वाली पीक नूं, तो तुहानूं ये पीक च भी 2-3 पीक्स एवें नज़र आउणगीਆਂ। वो हुंदा है हाई रेजोल्यूशन स्पैक्ट्रा, ठीक है ना। हुण तुसीं देख सकते हो, जेकर तुसीं हाई रेजोल्यूशन स्पैक्ट्रा देखते हो तो तुहानूं की होएगा, यही पीक जिहड़ी है इहदियां 2 पीक्स नज़र आउणगीਆਂ, स्प्लिट हो गईਆਂ। 2 पीक्स दा की हो गईਆਂ, स्प्लिट हो गईਆਂ 2, ठीक है ना। तो 2 डिफरेंट नज़र आउणगीਆਂ, ते जो इन्हां दोनां दे विच गैप हुंदा है ਉਹਨੂੰ ਕਹਿੰਦੇ ਨੇ ਜੀ ਕਪਲਿੰਗ ਕੌਂਸਟੈਂਟ। ਓਕੇ, ਬਹੁਤ ਇੰਪੋਰਟੈਂਟ ਹੈ। 2016 ਦਾ ਜੇ ਮਾਸਟਰ ਕੈਡਰ ਦਾ ਕੁਐਸਚਨ ਕਰਨਾ ਹੈ ਤਾਂ ਇਹ ਕਨਸੈਪਟ ਨੂੰ ਧਿਆਨ ਨਾਲ ਸੁਣ ਲਓ। ਓਕੇ, ਤਾਂ ਕਪਲਿੰਗ ਕੌਂਸਟੈਂਟ ਨੂੰ ਡਿਨੋਟ ਕੀਤਾ ਜਾਂਦਾ ਹੈ ਜੇ ਦੇ ਨਾਲ, ਤੇ ਇਹਦੇ ਵਿੱਚ 2 ਸਪਲਿਟ ਹੋ ਗਈਆਂ ਪੀਕਸ, ਇਹੀ ਪੀਕ ਸਪਲਿਟ ਹੋ ਚੁੱਕੀ ਹੈ, ਗੈਪ ਨੂੰ ਕੀ ਕਿਹਾ ਜਾਂਦਾ ਹੈ, ਕਪਲਿੰਗ ਕੌਂਸਟੈਂਟ। ਇੱਕ ਗੱਲ ਯਾਦ ਰੱਖਣੀ ਹੈ ਕਿ ਜੋ ਕੈਮੀਕਲ ਸ਼ਿਫਟ ਹੁੰਦੀ ਹੈ ਉਹ ਕਪਲਿੰਗ ਕੌਂਸਟੈਂਟ ਤੋਂ ਗ੍ਰੇਟਰ ਹੁੰਦੀ ਹੈ। ਕੰਡੀਸ਼ਨ ਵੀ ਆ ਸਕਦੀ ਹੈ ਐਗਜ਼ਾਮ ਦੇ ਵਿੱਚ। रूल की हुंदा है, अगर NMR सिग्नल्स असीं कढने ने तां ऑल मैग्नैटिकली इक्विवेलेंट न्यूक्लियाई विल गिवन 1 NMR सिग्नल। ये ऑलरेडी वैसे आपां डिस्कस कर लिया कि जिवें इहदे विच किन्ने सिग्नल होणगे, ये एक तरह के हाइड्रोजन ने, ये एक तरह के हाइड्रोजन ने, ठीक है ना। तां इस दे विच किन्ने सिग्नल्स होणगे, 2 सिग्नल्स होणगे। जेकर आपां इहदी गल करिए, ठीक है ना, इहदे विच की होएगा, ये एक तरह का हाइड्रोजन है, यह एक तरह का हाइड्रोजन है, ठीक है, और यह एक तरह का हाइड्रोजन है। तो ये 3 जिहड़े ने सिग्नल्स तुहानूं दिखाई देणगे। अगर इस दी गल करिए, देखो एनवायरनमेंट देखना मेन तुसीं, यह एक तरह का की है हाइड्रोजन, एक तरह के किसी नाल मैचिंग नहीं हो रही, ठीक है। इहदा एनवायरनमेंट देखो, इहदे आले दुआले ਇਹਦਾ भी एनवायरनमेंट, ये दोनों एक तरह के ने, मीनस इनू इक्को ही कंसीडर किया जाऊगा 1, ठीक है। इसनूं तुसीं कंसीडर कर लिया ये एक तरह के हाइड्रोजन ने, इन्हां दा एनवायरनमेंट सेम है दोनों का, लैफ्ट हैंड साइड ते सेम नज़र आ रहे हैं। सो इस करके ये दोनों की ने, एक तरह के ने, सो इनू एक लै लिया, 2 तरह के हो गए तुहाडे कोले। थर्ड देखो, ਇਹਦਾ एनवायरनमेंट देखो, ये अलग तरह की किसी नाल मैचिंग नहीं हो रही। थर्ड ये हो गया, फस्ट ये सी, सैकेंड ये दोनों सी, ਇਹਦਾ भी एनवायरनमेंट बिल्कुल सेम है, ये फोर्थ हो गया, ठीक है ना। सो मीनस 4 तरह के प्रोटोन्स जिहड़े ने तुहानूं इत्थे दिखाई दे रहे हैं। जिन्ने तरह के प्रोटोन दिखाई दे रहे हैं उन्ने सिग्नल्स आते होंगे ने स्पैक्ट्रा दे विच, ठीक है। तो ये 4 NMR सिग्नल्स तुहानूं दिखाई देणगे। नैक्सट गल करिए, ये देखो, ये भी सेम ही कहानी है, ਇਹਦਾ ਜਿਹੜਾ है किसी नाल मैचिंग नहीं हो रही, ठीक है ना। ये अटैच है CH नाल, हैगा ये भी देखो, ये मैचिंग हो सकती सी, ये भी CH नाल अटैच है, बट हुई क्यों नहीं, क्योंकि ये कार्बन जिहड़ा BR नाल अटैचड है क्लोरीन नाल। जे इत्थे भी Cl हुंदा फिर इहनूं दोनां नूं आपां इक्को ही मंनदे। इस करके हुण ये ते ये दोनों डिफरेंट ने, ये डिफरेंट ने, इस करके 1 हो गया, ये 2 हो गया। होर देखो, ये की है, ये थर्ड, ठीक है ना, ਇਹਦੀ ਕਿਸੇ ਨਾਲ मैचिंग नहीं हो रही, ਇਹਦਾ एनवायरनमेंट डिफरेंट है सब नालों। ਇਹਨੂੰ ਕੀ ਮੰਨਾਂਗੇ 4, क्यों ਇਹਦੀ ਇਹਦੇ ਨਾਲ मैचिंग क्यों नहीं, क्योंकि ਇੱਥੇ BR है, ਇੱਥੇ Cl है, 4 हो गए। ਇਹਦਾ एनवायरनमेंट भी की हैगा, डिफरेंट है, 5th ਇਹ हो गया। ਇਹਦਾ एनवायरनमेंट की है, डिफरेंट है। ਇਹਨਾਂ ਦੇ एनवायरनमेंट ਤਾਂ डिफरेंट हो चुके ਨੇ क्योंकि ਇੱਥੇ BR है ਤੇ ਇੱਥੇ Cl है। ਜੇ ਦੋਨੋਂ सेम ਹੁੰਦੇ ਫਿਰ 3 सिग्नल्स आने सी,
ਫਿਲਹਾਲ ਸਾਰੇ ਜਿਹੜੇ ਪ੍ਰੋਟੋਨ ਨੇ ਸਾਰੇ ਡਿਫਰੈਂਟ ਨੇ ਤੇ ਇੱਥੇ 6 NMR ਸਿਗਨਲਸ ਆਉਣਗੇ। ਠੀਕ ਹੈ ਜੀ। ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਆਪਣਾ ਕੰਮ ਜ਼ਰੂਰ ਕਰ ਦਿਓ, ਲਾਈਕ ਕਰ ਦਿਓ ਵੀਡੀਓ ਨੂੰ। ਠੀਕ ਹੈ, ਹੁਣੇ ਇਸੀ ਵਕਤ ਲਾਈਕ ਜ਼ਰੂਰ ਕਰ ਦਿਓ। ਤੇ ਉਸ ਤੋਂ ਬਾਅਦ ਹੈ ਸਪਿਨ ਕਪਲਿੰਗ, ਜਿਹੜਾ ਟੌਪਿਕ ਆਪਣਾ ਇਹ ਬਹੁਤ ਇੰਟਰਸਟਿੰਗ ਹੈ। ਸਪਿਨ ਕਪਲਿੰਗ ਹੁਣੀ ਮੈंने ਉੱਪਰ ਡਿਸਕਸ ਕੀਤਾ ਨਾ ਕਿ ਜਦੋਂ ਪੀਕ ਹੈ ਜਿਹੜੀ ਉਹ ਸਪਲਿਟ ਹੋ ਜਾਂਦੀ ਹੈ, ਦੋ ਪੀਕਸ ਦੇ ਵਿੱਚ ਸਪਲਿਟ ਹੋ ਜਾਂਦੀ ਹੈ, ਸਪਲਿਟਿੰਗ ਨੂੰ ਹੀ ਆਪਾਂ ਬਸ ਸਪਿਨ ਕਪਲਿੰਗ ਕਹਿੰਦੇ ਆ ਮੇਨਲੀ। ਠੀਕ ਹੈ, ਸਿਗਨਲਸ ਦੀ ਸਪਲਿਟਿੰਗ ਹੋਣਾ। ਦ ਪੀਕਸ ਕੈਨ ਬੀ ਅਪੀਅਰ ਐਜ਼, ਤਾਂ ਜਦੋਂ ਸਪਲਿਟਿੰਗ ਹੁੰਦੀ ਹੈ ਤਾਂ ਹੋ ਸਕਦਾ ਸਪਲਿਟਿੰਗ ਤੋਂ ਬਾਅਦ ਸਿੰਗਲ ਪੀਕ ਬਣੇ, ਹੋ ਸਕਦਾ ਹੈ ਦੋ ਪੀਕਸ ਬਣਨ, ਹੋ ਸਕਦਾ ਹੈ 3 ਪੀਕਸ ਵੀ ਬਣ ਸਕਦੀਆਂ ਨੇ, 4 ਪੀਕਸ ਵੀ ਬਣ ਸਕਦੀਆਂ ਨੇ। ਥੋੜਾ ਇਹਨੂੰ ਡਿਸਕਸ ਕਰ ਲੈਂਦੇ ਹਾਂ। ਪਹਿਲੇ ਪਾਰਟ ਦੇ ਵਿੱਚ ਅਸੀਂ ਡਿਸਕਸ ਕਰਾਂਗੇ, ਦੇਖੋ ਇਹਦੇ ਵਿੱਚ ਮੈंने 2 ਹਾਈਡਰੋਜਨ, ਮੈਂ ਇਹਦੇ ਵਿਦ ਰਿਸਪੈਕਟ ਗੱਲ ਕਰੂੰਗੀ। ਇਹਦੇ ਨੇਬਰ ਦੇ ਵਿੱਚ ਇੱਕੋ ਹੀ ਹਾਈਡਰੋਜਨ ਹੈ, ਕੋਈ ਇੱਕ ਹਾਈਡਰੋਜਨ ਦਾ ਸਪੈਕਟਰਾ ਜਦੋਂ ਤੁਸੀਂ ਡਰਾ ਕਰਦੇ ਹੋ ਨਾ, ਜਦੋਂ ਵੀ ਆਪਾਂ ਇਹਦੇ ਤੇ ਮੈਗਨੈਟਿਕ ਫੀਲਡ ਅਪਲਾਈ ਕਰਦੇ ਹਾਂ, ਮੀਨਸ ਇਸ ਹਾਈਡਰੋਜਨ ਨੇ ਅਬਜ਼ੌਰਪਸ਼ਨ ਕਰਨੀ ਹੈ, ਤਾਂ ਇਹਦੀ ਅਬਜ਼ੌਰਪਸ਼ਨ ਦੇ ਵਿੱਚ ਫਰਕ ਪੈਂਦਾ ਹੈ ਨੇੜੇ ਵਾਲੇ ਹਾਈਡਰੋਜਨ ਦੇ ਕਰਕੇ। ਠੀਕ ਹੈ ਨਾ, ਤਾਂ ਕੀ ਫਰਕ ਪੈਂਦਾ, ਇਹਦਾ ਸਪੈਕਟਰਾ ਕਿਵੇਂ ਦਾ ਆਊਗਾ ਜੇਕਰ ਇੱਕ ਨੇਬਰ ਦੇ ਵਿੱਚ ਇੱਕ ਹਾਈਡਰੋਜਨ ਹੋਰ ਲੱਗਿਆ ਹੋਇਆ ਹੈ, ਤਾਂ ਕੀ ਫਰਕ ਪੈਂਦਾ ਸਪੈਕਟਰਾ ਤੇ। ਜੇਕਰ ਇੱਕ ਲੱਗਿਆ ਹੋਇਆ ਨੇਬਰ ਦੇ ਵਿੱਚ ਤਾਂ ਇਹਦੀਆਂ 2 ਪੀਕਸ ਬਣਨਗੀਆਂ। ਕਿੰਨੀਆਂ? 2 ਪੀਕਸ ਬਣਨਗੀਆਂ। ਕਿਹਦੀਆਂ? NMR ਸਪੈਕਟਰਮ ਆਫ HX, ਇਸ ਹਾਈਡਰੋਜਨ ਦੀਆਂ 2 ਪੀਕਸ ਆਉਣਗੀਆਂ। ਇੰਟੈਂਸਿਟੀ ਦੀ ਰੇਸ਼ੋ 1:1। ਵੈਰੀ ਸਿੰਪਲ, ਦੈਟ ਇਜ਼ ਅਗਰ ਇਹਦੇ ਨੇਬਰ ਦੇ ਵਿੱਚ 2 ਆ ਜਾਂਦੇ ਨੇ, 2 + 1 ਕਰ ਦਿਓ, N+1 ਰੂਲ ਲਗਾ ਦਿਓ। ਠੀਕ ਹੈ, 2 + 1 ਮਤਲਬ ਇੱਥੇ ਕਿੰਨੀਆਂ ਪੀਕਸ ਆਉਣਗੀਆਂ? 3 ਪੀਕਸ। ਰੇਸ਼ੋ ਯਾਦ ਰੱਖਣੀ ਹੈ 1:2:1। ਮੈਂ ਤੁਹਾਨੂੰ ਇਹਦਾ ਟ੍ਰਿਕ ਵੀ ਦੱਸ ਦੂੰਗੀ ਕਿਵੇਂ ਲਰਨ ਕਰਨੀ ਹੈ ਤੁਸੀਂ ਰੇਸ਼ੋ। ਠੀਕ ਹੈ, ਫਿਲਹਾਲ ਤੁਸੀਂ ਬਸ ਸਮਝੋ। ਜੇਕਰ ਇਹਦੇ ਨੇਬਰ ਦੇ ਵਿੱਚ 3 ਹਾਈਡਰੋਜਨ ਆ ਜਾਂਦੇ ਨੇ, ਇਹਦੇ ਨੇਬਰ ਦੇ ਵਿੱਚ 3 ਹਾਈਡਰੋਜਨ ਆ ਗਏ ਤਾਂ ਕਿੰਨੇ ਸਿਗਨਲਸ ਦਊਗਾ ਜਾਂ ਕਿੰਨੀਆਂ ਪੀਕਸ ਆਉਣਗੀਆਂ? N+1, ਦੈਟ N ਕਿੰਨੇ ਨੇ? 1 2 3, 3 + 1 4, ਤਾਂ 4 ਪੀਕਸ ਆਉਣਗੀਆਂ। ਰੇਸ਼ੋ ਇੰਟੈਂਸਿਟੀ ਦੀ ਤੁਸੀਂ ਦੇਖ ਸਕਦੇ ਹੋ 1:3:3:1। ਔਰ ਜਨਰਲੀ ਗੱਲ ਕਰੀਏ ਜੇ N ਹੋਣ ਨੇਬਰ ਦੇ ਵਿੱਚ ਤਾਂ ਫਿਰ ਉਹਦੇ ਕਿੰਨੇ ਸਿਗਨਲਸ ਆਉਣਗੇ? ਦੈਟ ਇਜ਼ N+1, N+1 ਲਾਈਨਸ ਆਉਣਗੀਆਂ। ਲਰਨ ਕਰਨਾ ਤੁਸੀਂ ਪਾਸਕਲ ਟ੍ਰਾਇੰਗਲ ਦੇ ਨਾਲ, ਬਾਈਨੋਮੀਅਲ ਥਿਊਰਮ ਤੁਸੀਂ ਕੀਤੀ ਹੋਣੀ ਹੈ ਮੈਥ ਦੇ ਵਿੱਚ, ਉੱਥੇ ਵੀ ਇਹ ਹੁੰਦੀ ਹੈ ਬਾਈਨੋਮੀਅਲ। ਜੇਕਰ ਨੇਬਰ ਦੇ ਵਿੱਚ ਕਹਿੰਦੇ 0 ਹੈ, ਠੀਕ ਹੈ ਨਾ, ਤਾਂ ਇੱਕੋ ਹੀ ਪੀਕ ਆਏਗੀ। ਜੇ ਨੇਬਰ ਦੇ ਵਿੱਚ ਇੱਕ ਹੈ ਹਨਾ, ਇੱਕ ਹਾਈਡਰੋਜਨ ਹੈਗਾ ਤਾਂ ਡਬਲੈਟ ਬਣਦਾ ਹੈ, ਮੀਨਸ ਇੰਟੈਂਸਿਟੀ ਦੀ ਰੇਸ਼ੋ 1:1। ਜੇਕਰ 2 ਨੇਬਰਸ ਨੇ ਤਾਂ ਉਹਦੀ ਜਿਹੜੀ ਪੀਕਸ ਹੁੰਦੀਆਂ ਨੇ ਟ੍ਰਿਪਲੈਟ ਬਣਦੀਆਂ ਨੇ 1:2:1। ਇਸੇ ਤਰੀਕੇ ਨਾਲ ਜੇ 4 5 6 ਤੇ ਕੀ ਬਣਦੇ ਜਾਂਦੇ ਨੇ, ਫਰਦਰ ਇਹ ਬਣਦੇ ਜਾਂਦੇ ਨੇ, ਤੇ ਰੇਸ਼ੋ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਐਗਜ਼ਾਮਪਲ ਦੀ ਗੱਲ ਕਰਦੇ ਹਾਂ। ਦੇਖੋ ਹੁਣ ਪੀਕਸ ਬਣਾਈਆਂ ਗਈਆਂ ਨੇ, ਬਹੁਤ ਵਧੀਆ। ਇਹ ਕਿਵੇਂ ਬਣੀਆਂ ਨੇ? CH3CH2OH ਲਿਆ ਮੈंने, ਇਹਦੇ ਵਿੱਚ ਕਿਵੇਂ ਪੀਕਸ ਦਾ ਸਪਲਿਟਿੰਗ ਕਰ ਰਹੇ ਹਾਂ ਆਪਾਂ, ਪੁੱਛੀਆਂ ਜਾ ਸਕਦੀਆਂ ਨੇ ਕਿੰਨੇ ਪੀਕਸ ਬਣਨਗੇ, ਇਹ ਉਹ ਤਰੀਕਾ ਸੁਣ ਲਓ ਕਿਵੇਂ ਹੁੰਦਾ। ਦੇਖੋ CH3 ਕੀ ਹੈ, CH2, ਤੁਸੀਂ ਉਹੀ ਚੀਜ਼ ਇੱਥੇ ਵੀ ਮੇਨ ਨੇਬਰਿੰਗ, ਇਹਦੀਆਂ ਕਿੰਨੀਆਂ ਪੀਕਸ ਹੋਣਗੀਆਂ? ਨੇਬਰ 'ਚ ਦੇਖਣਾ ਨਾ ਕਿ ਨੇਬਰ 'ਚ ਕਿੰਨੇ ਹਾਈਡਰੋਜਨ ਨੇ, ਕਿੰਨੇ ਹਾਈਡਰੋਜਨ ਨੇ? 2, ਤਾਂ ਦੈਟ ਮੀਨ 2 + 1 3 ਪੀਕਸ ਬਣਨਗੀਆਂ ਇਹਦੀਆਂ। ਔਰ ਨੈਕਸਟ ਜੇਕਰ ਆਪਾਂ ਦੇਖੀਏ ਇਹਦੀਆਂ ਕਿੰਨੀਆਂ ਪੀਕਸ ਬਣ ਗਈਆਂ ਇਹਦੇ ਨੇਬਰ 'ਚ, ਇਹਨੂੰ ਨਹੀਂ ਕੰਸੀਡਰ ਕਰਨਾ। ਇਹਦੇ ਨੇਬਰ 'ਚ ਦੇਖੋ ਕਿੰਨੇ ਨੇ? 3 ਹਾਈਡਰੋਜਨ ਨੇ, ਪ੍ਰੋਟੋਨ। ਠੀਕ ਹੈ, ਨਿਊਕਲੀਆਈ ਦੇ ਵਿੱਚ ਪ੍ਰੋਟੋਨ ਕਹਿ ਦਿਓ ਚਾਹੇ ਨਿਊਕਲੀਆਈ ਕਹਿ ਦਿਓ, 3 ਨੇ ਨਾ, 3 + 1 ਕਿੰਨਾ ਹੁੰਦਾ? 4। ਇਹਦੀਆਂ 4 ਪੀਕਸ ਬਣਨਗੀਆਂ। ਸਮਝ ਆ ਗਿਆ? 4 ਪੀਕਸ ਬਣਨਗੀਆਂ। ਤੇ ਨੈਕਸਟ ਗੱਲ ਕਰਦੇ ਆਪਾਂ ਤਾਂ ਫਿਰ ਸਭ ਤੋਂ ਜ਼ਿਆਦਾ ਪੀਕਸ ਕਿਹਦੀਆਂ ਬਣੀਆਂ? CH2 ਦੀਆਂ, ਫਿਰ CH3 ਦੀਆਂ। ਇਹ ਸਿੰਗਲ OH ਨਹੀਂ ਹੋਏਗਾ, OH ਜਿਹੜਾ ਹੈ ਇਹਨਾਂ ਦੇ ਨੂੰ ਕੰਸੀਡਰ ਨਹੀਂ ਕਰ ਰਿਹਾ, ਇਸ ਕਰਕੇ ਇਹਦੀ ਸਪਲਿਟਿੰਗ ਆਪਾਂ ਨਹੀਂ ਕਰਨੀ, OH ਐਜ਼ ਇਟ ਇਜ਼ ਆ ਜਾਊਗਾ। ਠੀਕ ਹੈ, ਤੁਹਾਨੂੰ ਪੇਪਰ 'ਚ ਪੀਕਸ ਪੁੱਛਿਆ ਜਾ ਸਕਦਾ ਕਿ ਨੰਬਰ ਆਫ ਪੀਕਸ ਦੱਸੋ ਇਹਦੇ ਵਿੱਚ ਕਿੰਨੀਆਂ ਬਣਨੀਆਂ, ਜਾਂ ਸਿਗਨਲਸ, ਜਾਂ ਸਪਲਿਟਿੰਗ ਤੋਂ ਬਾਅਦ ਕਿੰਨੇ ਸਿਗਨਲ ਰਹਿ ਜਾਣਗੇ ਜਾਂ ਕਿੰਨੀਆਂ ਪੀਕਸ। ਨੈਕਸਟ ਕੁਐਸਚਨ ਦੇਖੋ, ਇਹਦੇ ਵਿੱਚ ਵੀ ਸੇਮ ਹੀ ਪੁੱਛਿਆ ਗਿਆ। CH3 ਦੇਖੋ ਹੁਣ ਇਹਦੇ ਦੇਖਣਾ ਤਾਂ ਨੇਬਰ ਹੈ ਨਾ, ਇਹਦੀ ਕਿੰਨੀ ਸਪਲਿਟਿੰਗ ਹੋਏਗੀ? ਇਹਦੇ ਨੇਬਰ ਦੇ ਵਿੱਚ ਦੇਖੋ, ਜਮਾ ਨੇਬਰ 'ਚ ਕੋਈ ਹਾਈਡਰੋਜਨ ਨਹੀਂ ਹੈ, ਸੋ ਇਹਦੀ ਨੋ ਸਪਲਿਟਿੰਗ। ਓਕੇ, ਇਹਦੇ ਨੇਬਰ 'ਚ ਦੇਖੋ 3 ਨੇ, 3 + 1 ਕਿੰਨਾ ਹੁੰਦਾ? 4। 3 + 1 ਕਿੰਨਾ ਹੁੰਦਾ? 4। ਸੋ ਇੱਥੇ ਸਪਲਿਟਿੰਗ ਹੋਏਗੀ ਤੇ ਇਹਦੀਆਂ 4 ਪੀਕਸ ਬਣਨਗੀਆਂ। ਠੀਕ ਹੈ, ਤੇ ਲਾਸਟ ਵਾਲੇ ਦੀ ਗੱਲ ਦੇਖੋ, ਇਹਦੇ ਨੇਬਰ 'ਚ ਕਿੰਨੇ ਨੇ? ਨੇਬਰ ਇਹਦਾ ਇਹ ਹੈ, ਨੇਬਰ 'ਚ 2 ਨੇ, ਇਸ ਕਰਕੇ ਇਹਦੀ ਵੀ ਸਪਲਿਟਿੰਗ ਹੋਏਗੀ ਤੇ 3 ਜਿਹੜੀਆਂ ਨੇ ਪੀਕਸ ਬਣਨਗੀਆਂ। ਤੁਸੀਂ ਦੇਖ ਸਕਦੇ ਹੋ 4 ਪੀਕਸ, 3 ਪੀਕਸ। ਓਕੇ, ਉਹ ਜਿਹਦੀ ਸਪਲਿਟਿੰਗ ਨਹੀਂ ਹੋ ਰਹੀ ਉਹਦੀ ਪੀਕ ਤਾਂ ਬਣੇਗੀ, ਬਟ ਉਹਦੀ ਸਪਲਿਟਿੰਗ ਨਹੀਂ ਹੋਏਗੀ। ਸਮਝ ਆ ਗਈ?
ਨੈਕਸਟ ਦੇਖੋ ਇਹਦੇ ਵਿੱਚ ਕੀ ਹੈ, ਇਹਦੇ ਨੇਬਰ 'ਚ ਦੇਖੋ, ਨੇਬਰ ਦੇ ਵਿੱਚ ਡਬਲ ਬੌਂਡ ਹੈ ਤਾਂ ਨਹੀਂ ਕੰਸੀਡਰ ਕਰਨਾ। ਓਕੇ, ਦੈਟ ਮੀਨ ਇਹਦੀ ਕੋਈ ਸਪਲਿਟਿੰਗ ਨਹੀਂ ਹੋਏਗੀ, ਇਹਦੀ ਵੀ ਕੋਈ ਸਪਲਿਟਿੰਗ ਨਹੀਂ ਹੋਏਗੀ। ਓਕੇ, ਜਿਹਦਾ ਆਪਾਂ ਬਣਾਈਏ ਪੀਕਸ ਬਣਾਈਏ ਤਾਂ ਇੱਦਾਂ ਹੀ ਬਣਨਗੀਆਂ। ਠੀਕ ਹੈ, ਇੱਕ ਇੱਕ ਪੀਕ ਬਣੇਗੀ, ਸਪਲਿਟਿੰਗ ਨਹੀਂ ਹੋਣੀ ਬਸ। ਅੱਗੇ ਆ ਜਾਓ ਜੀ। ਹਾਂਜੀ, ਆਪਣੇ ਕੁਐਸਚਨ ਤੇ ਜੋ ਮਾਸਟਰ ਕੈਡਰ ਦੇ ਵਿੱਚ ਆਇਆ ਹੋਇਆ ਸੀ 2016 ਦੇ ਵਿੱਚ, ਇਹਦੇ ਵਿੱਚ ਕੀ ਕਿਹਾ ਕਿ ਜੋ ਮਿਥਾਈਲ ਗਰੁੱਪ ਹੈ of methanol, methanol ਦਾ ਫਾਰਮੂਲਾ ਆਉਂਦਾ ਨਾ ਤੁਹਾਨੂੰ CH3OH, in its proton NMR spectrum showed a doublet at say 3.5 and 3.9 ppm if NMR probe frequency is 100 megahertz, then the value of spin coupling constant J is। ਤੁਹਾਨੂੰ ਪਤਾ ਨਾ ਇਹ ਕੀ ਪੁੱਛ ਰਿਹਾ ਕਿ ਡਬਲੈਟ ਬਣਦਾ ਹੈ ਐਦਾਂ ਜਾਂ ਐਦਾਂ ਕੋਈ ਡਬਲੈਟ ਬਣਦਾ ਹੈ। ਠੀਕ ਹੈ, ਇਹਦੀ ਵੈਲਿਊ ਦੇ ਰੱਖੀ ਹੈ ਤੁਹਾਨੂੰ ਕਿੰਨੀ 3.9, ਇਹਦੀ ਵੈਲਿਊ ਦੇ ਰੱਖੀ ਹੈ 3.4 ਤੇ ਤੁਹਾਨੂੰ ਇਹਦੇ ਵਿੱਚੋਂ ਦਾ ਡਿਸਟੈਂਸ ਪੁੱਛ ਰਿਹਾ ਹੈ, ਮੀਨਸ ਕਪਲਿੰਗ ਕਾਂਸਟੈਂਟ ਦੀ ਵੈਲਿਊ ਪੁੱਛ ਰਿਹਾ। ਤੇ ਇੱਕ ਗੱਲ ਹੋਰ ਤੁਹਾਨੂੰ ਇਹ ਦਿੱਤਾ ਹੋਇਆ, ਜੋ ਵੀ ਆਪਰੇਟਸ ਹੁੰਦਾ ਉੱਤੇ ਉਹਨੂੰ 100 ਮੈਗਾਹਰਟਸ ਤੇ ਰੱਖਿਆ, ਜੋ ਵੀ ਪ੍ਰੋਬ ਫ੍ਰੀਕੁਐਂਸੀ ਰੱਖੀ ਆ। ਠੀਕ ਹੈ, 100 ਮੈਗਾਹਰਟਸ। ਉਹਨੇ ਕਿਹਾ ਕਿ ਜੇ ਕੱਢੋ। ਦੇਖੋ ਇਹਨੂੰ ਕਿਵੇਂ ਸੋਲਵ ਕਰੋਗੇ। ਆਹ ਪਿਆ ਜੀ ਇਹਦਾ ਸੋਲਿਊਸ਼ਨ, ਤੁਸੀਂ ਦੇਖ ਸਕਦੇ ਹੋ। ਮਿਥੇਨੋਲ ਦੇ ਵਿੱਚ ਫਾਰਮੂਲਾ ਕੀ ਹੁੰਦਾ ਹੈ, ਕਹਿੰਦੇ ਜੋ ਮਿਥਾਈਲ ਗਰੁੱਪ ਹੈ ਡਬਲੈਟ ਬਣਾ ਰਿਹਾ। ਡਬਲੈਟ ਮੀਨਸ ਇੱਕ ਪੀਕ ਇੱਥੇ ਇੱਕ ਪੀਕ ਇੱਥੇ, ਇਹਦੀਆਂ ਤੁਹਾਨੂੰ ਕੀ ਦੇ ਰੱਖੀਆਂ ਨੇ, ਆਲਰੇਡੀ ਗਿਵਨ ਨੇ ppm ਦੀ ਫਾਰਮ ਦੇ ਵਿੱਚ ਵੈਲਿਊਜ਼ ਗਿਵਨ ਨੇ। 3.9 ਤੇ ਇੱਕ ਪੀਕ, ਦੂਸਰੀ ਹੈ 3.5 ਤੇ। ਵੈਰੀ ਈਜ਼ੀ, ਬਟ ਈਜ਼ੀ ਤਾਂ ਲੱਗੂਗਾ ਨਾ ਜੇ ਸਾਰਾ ਸੁਣਿਆ ਹੋਊਗਾ ਹੁਣ ਤੱਕ। ਹੁਣ ਇਹ ਕਿਵੇਂ ਹੁੰਦਾ, ਇਹਦਾ ਇੱਕ ਫਾਰਮੂਲਾ ਹੁੰਦਾ ਹੈ ਕੱਢਣ ਦਾ ਕਿ ਜੋ ਡਿਫਰੈਂਸ ਆਫ ਲਾਈਨਸ ਮੀਨਸ ਇਹਨਾਂ ਦੋਨਾਂ ਦਾ ਡਿਫਰੈਂਸ ppm ਦੇ ਵਿੱਚ ਹੀ ਤੁਹਾਨੂੰ ਗਿਵਨ ਹੈ, ਇਹਨਾਂ ਦੋਨਾਂ ਦਾ ਕਰਨਾ ਡਿਫਰੈਂਸ। ਕਪਲਿੰਗ ਕਾਂਸਟੈਂਟ ਕਿਹਦੇ ਇਕੁਅਲ ਹੁੰਦਾ ਇਹ, ਦੈਟ ਇਜ਼ ਜੇ ਕਪਲਿੰਗ ਕਾਂਸਟੈਂਟ ਓਵਰ ਜੋ ਤੁਹਾਨੂੰ ਪ੍ਰੋਬ ਫ੍ਰੀਕੁਐਂਸੀ ਦਿੱਤੀ ਹੋਈ ਹੈ। ਦਿਸ ਇਜ਼ ਪ੍ਰੋਬ ਫ੍ਰੀਕੁਐਂਸੀ, ਕੁਐਸਚਨ 'ਚ ਗਿਵਨ ਹੋਏਗੀ। ਜਸਟ ਪੁੱਟਿੰਗ ਦਾ ਵੈਲਿਊਜ਼, ਪੁੱਟ ਕਰਕੇ ਇਹ ਕੁਐਸਚਨ ਜਿਹੜਾ ਸੀ ਈਜ਼ਲੀ ਅਗਰ ਫਾਰਮੂਲਾ ਆਉਂਦਾ ਸੀ ਤਾਂ ਹੋ ਜਾਣਾ। ਠੀਕ ਹੈ ਨਾ, ਇਸ ਕਰਕੇ ਕਹਿ ਰਹੀ ਸੀ ਕਿ ਫਾਰਮੂਲੇ ਜਿਹੜੇ ਨੇ ਤੁਹਾਨੂੰ ਆਉਣੇ ਚਾਹੀਦੇ ਨੇ, ਡਾਇਰੈਕਟਲੀ ਜੋ ਹੈ ਅਪਲਾਈ ਹੋ ਜਾਂਦੇ ਨੇ। ਇਹਨਾਂ ਦਾ ਡਿਫਰੈਂਸ ਕਰ ਦਿਓ, ਜੇ ਓਵਰ 100 ਆ ਜਾਊਗਾ ਤੇ ਆਂਸਰ ਜਿਹੜਾ ਹੈ ਦੈਟ ਇਜ਼, ਇੱਥੋਂ ਤੁਸੀਂ ਜੇ ਕੱਢ ਲਓ, ਜੇ ਇੱਥੋਂ ਈਜ਼ਲੀ ਕੈਲਕੂਲੇਟ ਹੋ ਰਿਹਾ 40 ਹਰਟਸ। ਓਕੇ, ਤੇ ਅਗਰ ਐਗਜ਼ਾਮ ਦੇ ਵਿੱਚ ਤੁਸੀਂ ppm ਨੂੰ ਕਨਵਰਟ ਕਰਨਾ ਹੋਵੇ, ਇਨ ਕੇਸ ਜੇ ਕਰਨਾ ਹੋਵੇ ਹਰਟਸ ਦੇ ਵਿੱਚ, ਤਾਂ ਤੁਸੀਂ 500 ਨਾਲ ਉਹਨੂੰ ਮਲਟੀਪਲਾਈ ਕਰ ਦੇਣਾ ਜੋ ਵੀ ppm ਦੀ ਵੈਲਿਊ। ਬਟ ਇਸ ਦੇ ਕੁਐਸਚਨ ਦੇ ਵਿੱਚ ਸਾਨੂੰ ਨੀਡ ਨਹੀਂ ਹੈਗੀ, ਤੇ ਆਲਰੇਡੀ ਜੋ ਹੈ ਅਸੀਂ ਇੱਦਾਂ ਹੀ ਕਰ ਲਿਆ ਇਹਨੂੰ। ਅੱਗੇ ਹੈਗਾ NMR ਐਕਟਿਵ ਨਿਊਕਲੀਆਈ ਕਿਹੜੇ ਕਿਹੜੇ ਹੁੰਦੇ ਨੇ, ਮਤਲਬ NMR ਜਿਹੜੇ ਐਸੇ ਨਿਊਕਲੀਆਈ ਦੱਸੋ ਜੋ NMR ਨੂੰ ਸ਼ੋਅ ਕਰਦੇ ਨੇ। ਸੋ ਇਹ ਤੁਸੀਂ ਯਾਦ ਰੱਖ ਸਕਦੇ ਹੋ ਕਿ ਜਿਸ ਦੇ ਵਿੱਚ ਨੰਬਰ ਆਫ ਪ੍ਰੋਟੋਨ ਅਗਰ ਈਵਨ ਨੇ, ਨੰਬਰ ਆਫ ਨਿਊਟਰੋਨ ਵੀ ਈਵਨ ਨੇ, ਸਪਿਨ ਉਹਨਾਂ ਦੀ 0 ਆ ਰਹੀ ਹੈ ਜਿਵੇਂ ਕਿ ਇਹਦੇ ਵਿੱਚ ਹੁੰਦਾ, ਇਹ ਹੁੰਦਾ NMR ਇਨਐਕਟਿਵ। ਮੈਂ ਦੱਸਿਆ ਸੀ ਨਾ ਸਪਿਨ 0 ਨਹੀਂ ਹੋਣੀ ਚਾਹੀਦੀ, ਹੋਰ ਕੁਝ ਵੀ ਹੋਵੇ ਬਟ 0 ਨਹੀਂ ਹੋਣੀ ਚਾਹੀਦੀ। ਤੇ ਜੇਕਰ ਨੰਬਰ ਆਫ ਪ੍ਰੋਟੋਨ ਇੰਨੇ ਨੇ, ਨੰਬਰ ਆਫ ਨਿਊਟਰੋਨ ਔਡ ਨੇ, ਤਾਂ ਇੰਟੀਜਰ ਬਣਦਾ 1 2 ਅਪ ਟੂ ਸੋ ਔਨ, ਜਿੱਦਾਂ ਕਿ ਇਹਦੀ। ਇਹ ਸਾਰੇ ਜਿਹੜੇ ਨੇ ਤੁਸੀਂ ਐਜ਼ ਇਟ ਇਜ਼ ਲਰਨ ਕਰ ਲਓ। ਇਹਨਾਂ ਚਾਰਾਂ ਦੇ ਵਿੱਚ ਵੀ ਨਾ ਤੁਹਾਨੂੰ ਆਪਸ਼ਨ ਆ ਸਕਦੀ ਹੈ ਕਿ ਹਾਂਜੀ ਇਹਨਾਂ ਚੋਂ NMR ਇਨਐਕਟਿਵ ਕਿਹੜਾ ਹੈ। ਆਕਸੀਜਨ ਜਿਹੜਾ ਹੁੰਦਾ NMR ਇਨਐਕਟਿਵ ਹੈ। ਓਕੇ, ਤੇ ਇਹ ਜਿਹੜੇ ਨੇ ਤੁਸੀਂ ਲਰਨ ਕਰ ਸਕਦੇ ਹੋ। ਸਪਿਨ ਵੀ ਪੁੱਛਿਆ ਜਾ ਸਕਦਾ ਵੀ ਕਿਹੜੀ ਸਪਿਨ ਤੇ NMR ਇਨਐਕਟਿਵ ਹੁੰਦਾ 0 ਤੇ। ਠੀਕ ਹੈ, ਨੰਬਰ ਆਫ ਪ੍ਰੋਟੋਨ, ਨੰਬਰ ਆਫ ਨਿਊਟਰੋਨ ਵੀ ਇਹਦੇ ਵਿੱਚ ਪੁੱਛੇ ਜਾ ਸਕਦੇ ਨੇ ਵੀ ਜਿਹ 'ਚ ਈਵਨ ਹੁੰਦੇ ਨੇ ਜਾਂ ਈਵਨ ਔਡ ਹੁੰਦੇ ਨੇ। ਸੋ ਇਹ ਡਾਟਾ ਜਿਹੜਾ ਤੁਸੀਂ ਲਰਨ ਕਰ ਲੈਣਾ। ਠੀਕ ਹੈ ਜੀ, ਤੇ ਇਹੀ ਸੀ ਅੱਜ ਦੀ ਵੀਡੀਓ NMR ਤੇ। ਕਾਫੀ ਸਟੂਡੈਂਟਸ ਨੇ ਮੈਸੇਜ ਕੀਤਾ ਸੀ ਕਿ ਮੈਮ ਕਦੋਂ ਸਪੈਕਟਰੋਸਕੋਪੀ। ਐਕਚੁਅਲੀ ਇਹ ਟੌਪਿਕ ਜਿਹੜਾ ਸੀ ਕਾਫੀ ਵਾਸਟ ਹੁੰਦੇ ਨੇ ਤਾਂ ਇਹਨਾਂ ਨੂੰ ਕਲੈਕਟ ਕਰਨ ਦੇ ਵਿੱਚ ਟਾਈਮ ਲੱਗ ਜਾਂਦਾ ਹੈ। ਠੀਕ ਹੈ, ਸਪੈਕਟਰੋਸਕੋਪੀ ਐਜ਼ ਇਟ ਇਜ਼ ਨਹੀਂ ਨਾ ਕਿਸੇ ਵੀ ਐਵੇਂ ਬੁੱਕ 'ਚੋਂ ਮਿਲਦੀ, ਸੋ ਕਲੈਕਟ ਕਰਨ 'ਚ, ਇੱਕ ਆਰਡਰ 'ਚ ਪ੍ਰੈਜ਼ੈਂਟ ਕਰਨ ਦੇ ਵਿੱਚ ਟਾਈਮ ਲੱਗਦਾ ਹੈ। ਠੀਕ ਹੈ ਨਾ ਜੀ, ਸੋ ਹੁਣ ਤੁਹਾਨੂੰ ਮਿਲ ਚੁੱਕੀ ਹੈ ਇਹ, ਇਹਨੂੰ ਰੀਡ ਕਰ ਲਓ, ਲਿਖ ਲਓ ਅੱਛੇ ਤਰੀਕੇ ਨਾਲ, ਨੋਟਸ ਬਣਾ ਲਓ ਆਪਣੇ, ਤੇ ਇਹਨੂੰ 2-3 ਵਾਰੀ ਪੜ੍ਹ ਲਿਓ ਤੇ ਯਾਦ ਹੋ ਜਾਣੀ ਹੈ। ਤੇ ਇਹ ਮੇਰਾ ਟੈਲੀਗ੍ਰਾਮ ਗਰੁੱਪ ਹੈ, ਜੇਕਰ ਤੁਸੀਂ ਜੁਆਇਨ ਕਰਨਾ ਸਟੱਡੀ ਫੋਰ ਐਲਵਸ ਬਾਈ ਰੂਬੀ, ਤਾਂ ਇਹ ਜ਼ਰੂਰ ਜੁਆਇਨ ਕਰ ਲਓ। ਤੇ ਸਾਇੰਸ ਸਟੂਡੈਂਟਸ ਨੇ ਜਿਹੜੇ ਮਾਸਟਰ ਕੈਡਰ ਵਾਲੇ ਉੱਥੇ ਹੈਗੇ ਨੇ, ਤੇ ਕੁਝ ਕੁਐਸਚਨਸ ਹੁੰਦੇ ਨੇ ਤਾਂ ਡਿਸਕਸ ਕਰ ਸਕਦੇ ਆਪਾਂ ਉੱਥੇ। ਠੀਕ ਹੈ ਜੀ, ਐਨੀ ਪ੍ਰੋਬਲਮ ਹੁੰਦੀ ਹੈ ਤਾਂ ਉੱਥੇ ਤੁਸੀਂ ਦੱਸ ਸਕਦੇ ਹੋ। ਓਕੇ ਜੀ, ਸੋ ਕਰ ਲਓ ਆਪਣੀ ਤਿਆਰੀ। ਓਕੇ ਸਟੂਡੈਂਟਸ, ਥੈਂਕ ਯੂ ਫॉर ਵਾਚਿੰਗ, ਥੈਂਕ ਯੂ ਅ ਲॉट।